ਸਤਿ ਸ੍ਰੀ ਅਕਾਲ ਜੀ। ਮੈਂ ਜਸਪਾਲ ਸਿੰਘ ਤੇ ਸਵਾਗਤ ਹੈ ਸਾਰਿਆਂ ਦਾ ਬ੍ਰੇਨ ਔਨ ਟੀਵੀ ਤੇ। ਮੇਰੇ ਨਾਲ ਬੈਠੇ ਨੇ ਜਾਣੀ ਮਾਣੀ ਸ਼ਖਸੀਅਤ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ, ਜੋ ਕਿ ਇਤਿਹਾਸਕਾਰ ਨੇ। ਤੇ ਅੱਜ ਵੀ ਕੁਝ ਗੱਲ ਬੜੇ ਅਹਿਮ ਪੱਖ ਦੀ ਗੱਲ ਕਰਨੀ ਹੈ, ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ, ਕਿਉਂਕਿ ਗੱਲ ਸਿੱਧਾ ਸਾਡੇ ਗੁਰੂ ਨੂੰ ਚੈਲੰਜ ਹੋਣ ਲੱਗ ਪਿਆ, ਸਾਡੀ ਹੋਂਦ ਨੂੰ ਚੈਲੰਜ ਹੋ ਰਿਹਾ। ਸੋ ਇਸ ਮੁੱਦੇ ਤੇ ਗੱਲ ਕਰਨੀ ਹੈ। ਗੱਲ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਵਿਚਾਰ ਇਹ ਆ ਕਿ ਤਕਰੀਬਨ ਸਾਰੀਆਂ ਸਿੱਖ ਸੰਸਥਾਵਾਂ ਜਿਹੜੀਆਂ ਨੇ RSS ਨੂੰ, BJP ਨੂੰ ਭੰਡਦੀਆਂ ਨੇ ਕਿਤੇ ਨਾ ਕਿਤੇ ਤਰੀਕੇ ਨਾਲ। ਪਰ ਜਿਹੜੀਆਂ ਗੱਲਾਂ BJP ਕਰੇ ਉਹੀ ਸਾਡੀਆਂ ਸਿੱਖ ਸੰਸਥਾਵਾਂ ਵੀ ਕਰਨ, ਔਰ ਬੜੇ ਧੜੱਲੇ ਨਾਲ ਕਰਨ। ਔਰ ਜੇ ਕੋਈ ਉਹਨਾਂ ਦਾ ਵਿਰੋਧ ਕਰੇ ਤਾਂ ਸੜਕਾਂ 'ਤੇ ਵੀ ਉਤਰਨ ਆਉਣ, ਹਥਿਆਰ ਲੈ ਕੇ ਵੀ ਆ ਜਾਣ, ਗੁੰਡਾਗਰਦੀ ਵੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹੋਣ। ਤਾਂ ਅਜਿਹੀ ਹਾਲਤ ਦੇ ਵਿੱਚ ਕੀ ਕਿਹਾ ਜਾ ਸਕਦਾ ਕਿ ਜਿਹੜੀਆਂ ਸਿੱਖ ਸੰਸਥਾਵਾਂ RSS ਦੀ ਜਾਂ BJP ਦੀ ਹੀ ਬੋਲੀ ਬੋਲ ਰਹੀਆਂ ਨੇ, ਕਿ ਉਹਨਾਂ ਦੇ ਕਿਰਦਾਰ ਉੱਪਰ ਸਵਾਲ ਨਹੀਂ ਚੱਕੇ ਜਾਣੇ ਚਾਹੀਦੇ? ਮੁੱਦਾ ਫਿਰ ਉਹੀ ਹੈ ਜੋ ਵਾਰ-ਵਾਰ ਗਾਹੇ ਬਗਾਹੇ ਕਿਤੇ ਨਾ ਕਿਤੇ ਲਿਆਂਦਾ ਜਾ ਰਿਹਾ ਸਿੱਖੀ ਦੇ ਵਿਹੜੇ ਵਿੱਚ ਧੱਕੇ ਦੇ ਨਾਲ ਹੀ। ਹਾਲਾਂਕਿ ਕਾਮਯਾਬੀ ਨਹੀਂ ਮਿਲਣੀ ਉਹਦੇ ਵਿੱਚ ਇਹਨਾਂ ਨੂੰ, ਪਰ ਲਿਆਂਦਾ ਜਾ ਰਿਹਾ। ਮੁੱਦਾ ਹੈਗਾ ਜੀ ਬਚਿੱਤਰ ਨਾਟਕ ਦਾ, ਜਿਹਨੂੰ ਹੁਣ ਦਸਮ ਗ੍ਰੰਥ ਕਰਕੇ ਪ੍ਰਚਾਰਿਆ ਜਾ ਰਿਹਾ। ਸੋ ਇਹਦੇ ਸੰਬੰਧ ਦੇ ਵਿੱਚ ਹੀ ਅਸੀਂ ਗੱਲਬਾਤ ਕਰਾਂਗੇ। ਮੈਂ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦਾ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਸਤਿਕਾਰ ਸਹਿਤ ਤੁਹਾਡੇ ਸਰੋਤਿਆਂ ਨੂੰ, ਬ੍ਰੇਨ ਔਨ ਟੀਵੀ ਦੇ ਸਰੋਤੇ ਦੂਰ ਦਰਾਡੇ ਬੈਠਿਆਂ ਨੂੰ ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ, ਮੇਰਾ ਪਹਿਲਾ ਸਵਾਲ ਇਹ ਹੈ ਕਿ ਆਪਾਂ ਥੋੜ੍ਹੀ ਜਿਹੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। KTS ਤੁਲਸੀ ਨੇ ਕਿਤਾਬ ਲਿਖੀ ਗੋਬਿੰਦ ਰਾਮਾਇਣ। ਨਹੀਂ, KTS ਤੁਲਸੀ ਨੇ ਨਹੀਂ ਲਿਖੀ। KTS ਤੁਲਸੀ ਦੀ ਮਾਤਾ ਸੀਗੀ ਬਲਜੀਤ ਕੌਰ ਤੁਲਸੀ ਜੀ। ਉਹ ਪੋਇਟਸ ਸੀਗੀ, ਪੰਜਾਬੀ ਦੀ ਪੋਇਟਸ ਸੀਗੀ ਜੀ। ਉਹਨੇ ਕੁਝ ਲਿਖਿਆ ਪੋਇਟਰੀ ਵਗੈਰਾ ਬਾਰੇ, ਮੈਂ ਉਸ ਦਾ ਕੁਝ ਨਹੀਂ ਉਸ ਦਾ ਪੜ੍ਹਿਆ। ਠੀਕ ਹੈ ਜੀ। ਲੇਕਿਨ ਆ ਜੋ ਉਸਨੇ ਕੀਤਾ, ਉਹ ਤਾਂ ਕਾਫੀ ਦੇਰ ਹੋ ਗਏ ਗੁਜ਼ਰਿਆ ਨੂੰ। ਉਹਨੇ ਹੁਣ ਇਹ ਚੀਜ਼ ਅਲੈਜ ਕੀਤੀ ਆ ਕਿ ਮੇਰੀ ਮਾਤਾ ਨੇ ਗੋਬਿੰਦ ਜਿਹੜੀ ਰਾਮਾਇਣ ਲਿਖੀ ਸੀ, ਉਸ ਨੂੰ ਉਹਨੇ ਛਪਵਾ ਕੇ ਉਸ ਦੀ ਇੱਕ ਕਾਪੀ ਭੇਟ ਕੀਤੀ ਆ ਪ੍ਰਾਈਮ ਮਿਨਿਸਟਰ ਮੋਦੀ ਨੂੰ ਜੀ। ਤੋ ਉਹ ਮਤਲਬ ਜਿਹੜੀ ਹੈ ਉਹ ਬਹੁਤ ਹੀ ਮਤਲਬ ਇੱਕ ਕਿਸਮ ਦੀ ਸਿੱਖ ਸੈਂਟੀਮੈਂਟਸ ਨੂੰ, ਧਾਰਮਿਕ ਜਿਹੜੇ ਸੈਂਟੀਮੈਂਟਸ ਆ ਸਾਡੇ, ਉਹਨਾਂ ਨੂੰ ਠੇਸ ਮਾਰਦੀ ਆ। ਇਹਦੇ ਤੇ ਬੜੇ ਮਤਲਬ ਗੰਭੀਰ ਸਵਾਲ ਉੱਠਣੇ ਚਾਹੀਦੇ ਆ ਜੀ। ਇਸ ਦੇ ਉੱਤੇ ਇੱਕ ਵੱਡਾ ਪਹਿਲਾ ਸਵਾਲ ਆ ਕਿ ਬੀਬੀ ਬਲਜੀਤ ਕੌਰ ਜਿਹੜੀ KTS ਤੁਲਸੀ ਦੀ ਮਾਤਾ ਜੀ ਸੀ ਜੀ, ਕੀ ਉਹ ਹਿਸਟੋਰੀਅਨ ਸੀਗੇ ਜੀ ਕਿ ਪੋਇਟਸ ਸੀਗੇ? ਪਹਿਲਾਂ ਤਾਂ ਇਹ ਫੈਸਲਾ KTS ਤੁਲਸੀ ਹੀ ਕਰੇਗਾ। ਜੇ ਉਹ ਹਿਸਟੋਰੀਅਨ ਸੀ, ਅੱਜ ਤੱਕ ਉਹਨਾਂ ਦੀ ਕੋਈ ਹਿਸਟਰੀ ਦੀ ਕਿਤਾਬ ਜਾਂ ਕੋਈ ਪੇਪਰ ਜਾਂ ਕੋਈ ਰਿਸਰਚ ਡਾਕੂਮੈਂਟ ਅੱਜ ਤੱਕ ਸਾਹਮਣੇ ਨਹੀਂ ਆਇਆ ਜੀ। ਤਾਂ ਕੋਈ ਬੰਦਾ ਉੱਠ ਕੇ ਕਹਿ ਦੇ ਵੀ ਮੈਂ ਇਤਿਹਾਸਕਾਰ ਆ, ਮੈਂ ਆ ਕਿ ਉਹ ਜੇ ਇਤਿਹਾਸਕਾਰ ਆ ਤਾਂ ਉਸ ਦੀ ਕੀ ਕੰਟਰੀਬਿਊਸ਼ਨ ਹੈ, ਉਸ ਦੀ ਕੀ ਸਟੱਡੀ ਆ, ਉਸ ਨੇ ਹਿਸਟੋਰੀਓਗ੍ਰਾਫੀ ਪੜ੍ਹੀ ਆ ਨਹੀਂ ਪੜ੍ਹੀ, ਮਤਲਬ ਉਈਓ ਮੂੰਹ ਚੱਕ ਕੇ ਗੱਲ ਕਰ ਦੇਣੀ, ਉਸ ਦਾ ਕੋਈ ਮਤਲਬ ਨਹੀਂ ਹੁੰਦਾ। ਔਰ ਉਸ ਦੀਆਂ ਅੱਗੇ ਇੰਪਲੀਕੇਸ਼ਨ ਦੇਖਣੀਆਂ। ਪਹਿਲੀ ਗੱਲ ਤਾਂ KTS ਤੁਲਸੀ ਨੂੰ ਮੈਂ ਪਰਸਨਲੀ ਜਾਣਦਾ, ਉਹ ਕੀ ਚੀਜ਼ ਹੈ ਜੀ। KTS ਤੁਲਸੀ ਆਪਣੀ ਕਿਸਮ ਦਾ ਇੱਕ ਵਕੀਲ ਆ, ਔਰ ਉਹ ਜਿਹੜੀ ਐਸਟੈਬਲਿਸ਼ਮੈਂਟ ਆ ਉਸ ਦਾ ਹਮੇਸ਼ਾ ਚਾਪਲੂਸ ਰਿਹਾ ਜੀ। ਇੱਥੇ ਉਹ KPS ਗਿੱਲ ਦਾ ਪਰਸਨਲ ਦੋਸਤ ਵੀ ਸੀ ਤੇ ਉਸ ਦਾ ਲਾਇਰ ਸੀ ਪੰਜਾਬ ਦੇ ਵਿੱਚ ਜੀ। ਜਿਹੜਾ KPS ਗਿੱਲ ਸੀ, ਮੈਂ ਦੱਸਣਾ ਚਾਹੁੰਦਾ, ਉਹ ਅਸਾਮ ਕਾਡਰ ਸੀ ਜੀ। ਅਸਾਮ ਕਾਡਰ ਤੋਂ ਔਨ ਡੈਪੂਟੇਸ਼ਨ ਪੰਜਾਬ ਦੇ ਵਿੱਚ ਲਿਆਂਦਾ ਗਿਆ ਸੀ ਜੀ, ਆਇਆ ਨਹੀਂ ਸੀ, ਲਿਆਂਦਾ ਗਿਆ ਸੀ ਤਾਂ ਕਿ ਪੰਜਾਬ ਦੇ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਸਕੇ ਜੀ। ਕਿਉਂਕਿ ਜੇ ਕੋਈ ਨੌਨ ਸਿੱਖ ਤਸ਼ੱਦਦ ਕਰੇਗਾ ਉਸ ਨੂੰ ਉਸ ਕਿਸਮ ਦੀ ਲੈਜੀਟੀਮੇਸੀ ਨਹੀਂ ਮਿਲਦੀ। ਜੇ ਸਿੱਖੀ ਸਰੂਪ ਦੇ ਵਿੱਚ ਕੋਈ ਸਿੱਖ ਆਫੀਸਰ ਸਿੱਖ ਬੱਚਿਆਂ ਦੇ ਉੱਤੇ, ਸਿੱਖਾਂ ਦੇ ਉੱਤੇ ਤਸ਼ੱਦਦ ਕਰੇਗਾ ਤਾਂ ਉਸ ਨੂੰ ਉਹ ਲੱਗਦਾ ਵੀ ਇਹ ਗੱਲ ਬਿਲਕੁਲ ਠੀਕ ਹੋਣੀ ਹੈ। ਕਿਉਂਕਿ ਇੰਡੀਆ ਦੀ ਜਿਹੜੀ ਸਰਕਾਰ ਆ ਉਹ ਇਸ ਤਰੀਕੇ ਨਾਲ ਹਮੇਸ਼ਾ ਮੁਸਲਮਾਨ ਨੂੰ, ਜਦੋਂ ਮੁਸਲਮਾਨਾਂ 'ਤੇ ਤਸ਼ੱਦਦ ਕਰਨਾ ਮੁਸਲਮਾਨ ਆਫੀਸਰ ਲਾਏਗੀ, ਈਸਾਈਆਂ ਦੇ ਉੱਤੇ ਤਸ਼ੱਦਦ ਕਰਨਾ ਤਾਂ ਈਸਾਈ ਆਫੀਸਰ ਲਾਏਗੀ। ਤੋ ਇਸੇ ਤਰੀਕੇ ਦੇ ਨਾਲ ਮਤਲਬ ਉਹਨਾਂ ਨੇ KPS ਗਿੱਲ ਨੂੰ ਇੱਥੇ ਲਿਆਂਦਾ ਤਾਂ ਉਹਦੀਆਂ ਕਾਲੀਆਂ ਕਰਤੂਤਾਂ KPS ਗਿੱਲ ਦੀਆਂ ਮੰਨੀਆਂ ਵੀ ਅਸੀਂ। ਅਸਾਮ ਦੇ ਵਿੱਚ ਵੀ ਉਸਨੇ ਇਸ ਕਿਸਮ ਦੀਆਂ ਹਰਕਤਾਂ ਕੀਤੀਆਂ ਸੀ, ਪਰ ਇਸ ਹੱਦ ਤੱਕ ਨਹੀਂ ਸੀ ਗਿਆ ਜਿਸ ਹੱਦ ਤੱਕ ਉਹ ਪੰਜਾਬ ਦੇ ਵਿੱਚ ਗਿਆ ਜੀ। ਪੰਜਾਬ ਦੇ ਵਿੱਚ ਜਿਸ ਕਿਸਮ ਦਾ ਉਸਨੇ ਖੂਨ ਖਰਾਬਾ ਕੀਤਾ ਉਹ ਤਾਂ ਮਤਲਬ ਅੰਤ ਹੀ ਨਾ, ਅਨਲਿਮਿਟਿਡ ਹੈਗਾ ਜੀ। ਤੋ ਉਧਰਲੇ ਪਾਸੇ ਜਦੋਂ ਅਸਾਮ ਦੇ ਵਿੱਚ ਉਸਨੇ ਕੀਤਾ, ਇਸ ਕਿਸਮ ਦੀਆਂ ਹਰਕਤਾਂ ਪਹਿਲਾਂ ਕਰ ਚੁੱਕਿਆ ਸੀ, ਉਹ ਨੋਨ ਸੀ ਇਸ ਕਿਸਮ ਦੀ ਲਾਅ ਐਂਡ ਆਰਡਰ ਨੂੰ
ਮਤਲਬ ਆਪਣੇ ਹੱਥ ਵਿੱਚ ਲੈ ਕੇ ਤਸ਼ੱਦਦ ਕਰਨ ਲਈ ਨੋਨ ਆਦਮੀ ਸੀ, ਜੀ ਬਰੂਟਲ ਆਪਣੀ ਬਰੂਟੈਲਿਟੀਜ਼ ਦੇ ਵਿੱਚ ਨੋਨ ਸੀ। ਤਾਂ ਕਿਸੇ ਅਸਾਮ ਦੀ ਔਰਤ ਨੇ ਐਜੀਟੇਸ਼ਨ ਕਰਦੀ ਨੇ ਉਹਦੇ ਮੂੰਹ ਤੇ ਥੁੱਕਤਾ ਸੀ, ਗਿੱਲ ਦੇ KPS ਗਿੱਲ ਦੇ। ਤਾਂ KPS ਗਿੱਲ ਨੇ ਉਸ ਨੂੰ ਡੰਡੇ ਮਾਰੇ ਸੀ। ਅੱਛਾ। ਤਾਂ ਉਸ ਦੇ ਉੱਤੇ KPS ਗਿੱਲ ਦੇ ਉੱਤੇ ਕੇਸ ਰਜਿਸਟਰ ਹੋ ਗਿਆ ਸੀ ਉੱਥੇ ਅਸਾਮ ਦੇ ਵਿੱਚ। ਠੀਕ ਹੈ ਜੀ। ਤਾਂ ਉਸ ਅਸਾਮ ਦੇ ਵਿੱਚ ਜਦੋਂ ਉਹ ਇੱਥੇ ਆ ਗਿਆ ਤਾਂ ਅਸਾਮ ਦੇ ਵਿੱਚ ਕੋਈ ਵਕੀਲ KPS ਦਾ ਖੜਾ ਨਹੀਂ ਹੋਇਆ ਟੂ ਡਿਫੈਂਡ ਹਿਮ। ਜਿਹੜਾ ਉਸ ਨੇ ਇਸ ਕਿਸਮ ਦੀ ਕਰਤੂਤ ਕੀਤੀ, ਇੱਕ ਔਰਤ ਦੇ ਉੱਤੇ ਡੰਡੇ ਮਾਰ ਕੇ ਉਸ ਨੂੰ ਇਸ ਤਰੀਕੇ ਦੇ ਨਾਲ ਉਸ 'ਤੇ ਜ਼ੁਲਮੋ ਸਿਤਮ ਕੀਤਾ, ਤਾਂ ਕੋਈ ਅਸਾਮੀ ਵਕੀਲ ਉਹਦੇ ਹੱਕ ਵਿੱਚ ਨਹੀਂ ਖੜਾ ਹੋਇਆ ਜੀ। ਤਾਂ ਕਿ ਕੌਣ ਗਿਆ? KTS ਤੁਲਸੀ ਜੀ। ਇੱਥੋਂ ਜਾਂਦਾ ਸੀ ਚੰਡੀਗੜ੍ਹ ਤੋਂ ਔਰ ਬਹੁਤ ਪੈਸੇ ਲੈਂਦਾ ਸੀ ਕਿਉਂਕਿ ਸਰਕਾਰ ਦਿੰਦੀ ਸੀ। ਤਾਂ ਉਸ ਦੀ ਇੱਕ ਬਹੁਤ ਕਿਸਮ ਦੀ ਡੀਪ ਅੰਡਰਸਟੈਂਡਿੰਗ ਸੀ ਵਿਦ KPS ਗਿੱਲ, ਕਿਉਂਕਿ ਉਸ ਨੂੰ ਉਸਨੇ ਡਿਫੈਂਡ ਕੀਤਾ ਤੇ ਉਸ ਦੀ ਇਵਜ਼ ਦੇ ਵਿੱਚ ਉਸ ਨੇ ਉਸ ਤੋਂ ਬਹੁਤ ਫਾਇਦੇ ਉਠਾਏ KTS ਤੁਲਸੀ ਨੇ ਜੀ। ਤਾਂ ਉਹ ਇਸ ਕਿਸਮ ਦੀ ਜ਼ਹਿਨੀਅਤ ਦਾ ਆਦਮੀ ਜਿਸ ਨੂੰ ਕਿਸੇ ਗੱਲ ਦੀ ਸੈਂਸ ਨਹੀਂ, ਜਾਂ ਤਾਂ ਇਹ ਗੱਲ ਕਹੇ ਜਿਹੜੀ ਉਹ ਰਮਾਇਣ ਲਿਖਾਈ ਹੈ ਕਿਸੇ ਹਿਸਟੋਰੀਅਨ ਨੇ ਉਸ ਦੇ ਉੱਤੇ ਸਟੈਂਪ ਲਾਈ ਹੈ, ਕਿਸੇ ਹਿਸਟੋਰੀਅਨ ਨੂੰ ਉਸਨੇ ਦਿਖਾਈ ਹੈ, ਕਿਸੇ ਸਿੱਖ ਚਿੰਤਕ ਨੂੰ ਉਸਨੇ ਉਹ ਰਮਾਇਣ ਪੜ੍ਹਾਈ ਹੈ। ਸਭ ਤੋਂ ਪਹਿਲਾਂ ਕਿੱਥੇ ਭੱਜਿਆ ਉਹ? ਮੋਦੀ ਦੇ ਕੋਲ। ਕੀ ਮੋਦੀ ਉਸ ਨੂੰ ਮਤਲਬ ਐਕੈਡੈਮਿਕ ਲੈਜੀਟੀਮੇਸੀ ਦੇ ਸਕਦਾ ਹੈ? ਕੀ ਮੋਦੀ ਇੰਨਾ ਪੜ੍ਹਿਆ ਹੋਇਆ ਸਿੱਖ ਵਿਦਵਾਨ ਹੈ? ਸਿੱਖਾਂ ਦੀ ਜਿਹੜੀਆਂ ਪਰੰਪਰਾਵਾਂ ਨੂੰ ਸਮਝਦਾ, ਉਹ ਤਾਂ ਸਿੱਖਾਂ ਦੀਆਂ ਪਰੰਪਰਾਵਾਂ ਨੂੰ ਢਾਉਣ ਨੂੰ ਫਿਰਦਾ। ਜੀ ਜੀ ਜੀ। ਤਾਂ ਇਸੇ ਕਿਸਮ ਦੀ ਸਟੇਟਮੈਂਟ ਜਦੋਂ ਕਿ ਇਸ ਨੇ ਪ੍ਰਾਈਮ ਮਿਨਿਸਟਰ ਮੋਦੀ ਨੇ ਦਿੱਤੀ ਸੀ ਯੋਧਿਆ ਜਿਹੜੇ ਮੰਦਿਰ ਦੇ ਉੱਤੇ ਜਿਸ ਦਿਨ ਵੱਡਾ ਉਸ ਦਾ ਸੈਮੀਨਾਰ ਕਰਾਇਆ ਸੀ, ਤਾਂ ਉੱਥੇ ਵੀ ਬਹੁਤ ਸਿੱਖਾਂ ਦੇ ਮਨਾਂ ਦੇ ਵਿੱਚ ਬੜੀ ਘਾਹ ਲੱਗੀ ਸੀ ਕਿ ਇਹ ਕੀ ਕਰ ਰਹੇ ਹੋ ਤੁਸੀਂ। ਕੋਈ ਕਿਸੇ ਕਿਸਮ ਦੀ ਰਮਾਇਣ ਗੁਰੂ 10ਵੇਂ ਪਾਤਸ਼ਾਹ ਨੇ ਨਹੀਂ ਲਿਖੀ, ਉਹਦੀ ਕੋਈ ਅਥੈਂਟਿਸਿਟੀ ਨਹੀਂ, ਉਹਦੀ ਕੋਈ ਹਿਸਟੋਰੀਸਿਟੀ ਨਹੀਂ, ਉਸ ਦਾ ਕੋਈ ਐਵੀਡੈਂਸ ਨਹੀਂ ਹੈਗਾ ਜੀ। ਤੁਸੀਂ ਜੇ ਇਤਿਹਾਸ ਦਾ ਕੋਈ ਗੱਲ ਲਿਖੋਗੇ ਸਭ ਤੋਂ ਪਹਿਲਾਂ ਉਹਦਾ ਤੁਹਾਨੂੰ ਐਵੀਡੈਂਸ ਦੇਣਾ ਪੈਂਦਾ। ਬਿਲਕੁਲ। ਪੋਇਟਰੀ ਤੁਸੀਂ ਲਿਖ ਸਕਦੇ ਹੋ ਆਪਣੇ ਇਮੇਜਿਨੇਸ਼ਨ ਦੇ ਵਿੱਚ, ਮਾਈਥੋਲੋਜੀ ਤੁਸੀਂ ਲਿਖ ਸਕਦੇ ਹੋ ਜੀ। ਜਿਹੜੀ ਰਮਾਇਣ ਆ ਉਹ ਮਾਈਥੋਲੋਜੀ ਹੈ, ਉਸ ਦਾ ਕੋਈ ਹਿਸਟੋਰੀਸਿਟੀ ਨਹੀਂ। ਰਾਮ ਕੋਈ ਕਰੈਕਟਰ ਨਹੀਂ, ਰੀਅਲ ਕਰੈਕਟਰ ਨਹੀਂ, ਉਹ ਤਾਂ ਇੱਕ ਮਾਈਥੋਲੋਜੀ ਉਹਨਾਂ ਨੇ ਬਣਾ ਲਈ ਵੀ ਰਾਮ ਇੱਥੇ ਜੰਮਿਆ ਸੀ। ਕਿਉਂਕਿ ਅੱਜ ਉਹਨਾਂ ਕੋਲ ਪੋਲੀਟੀਕਲ ਪਾਵਰ ਹੈਗੀ ਆ, ਉਸ ਪੋਲੀਟੀਕਲ ਪਾਵਰ ਦੇ ਆਧਾਰ ਤੇ ਜੋ ਕਹਿੰਦੇ ਆ ਉਹ ਸੱਚੋ ਸੱਚ ਆ, ਬਾਕੀ ਸਾਰਾ ਝੂਠ ਆ। ਤਾਂ ਇਸੇ ਤਰੀਕੇ ਨਾਲ ਜਿਵੇਂ ਹੁਣ ਤਾਲਿਬਾਨ ਜੋ ਗੱਲ ਕਹਿਣਗੇ, ਕਿਉਂਕਿ ਉਹ ਬੰਦੂਕ ਦੀ ਨੋਕ ਤੇ ਉਹ ਗੱਲ ਕਰਾ ਰਹੇ ਆ, ਇਸੇ ਕਿਸਮ ਦੀਆਂ ਗੱਲਾਂ ਇੱਥੇ RSS ਤੇ BJP ਵਾਲੇ ਕਰ ਰਹੇ ਆ ਔਰ ਉਹਨਾਂ ਦੇ ਹੱਥ ਠੋਕੇ ਬੜੇ ਖੜੇ ਹੋ ਜਾਣਗੇ। KTS ਤੁਲਸੀ ਹੱਥ ਠੋਕਾ ਹਰ ਸਿਸਟਮ ਦਾ, ਹਰ ਜਿਹੜੀ ਐਸਟੈਬਲਿਸ਼ਮੈਂਟ ਆ, ਹਰ ਜਿਹੜਾ ਰਜੀਮ ਹੈ। ਮੈਂ ਤੁਹਾਨੂੰ ਉਹਦੀ ਇੱਕ ਗੱਲ ਦੱਸਣ ਲੱਗਿਆ ਜਿਹੜੀ ਮੈਂ ਜਿਸ ਦਾ ਸਾਖਸ਼ਾਤ ਗਵਾਹ ਹਾਂ। ਕਿਸ ਤਰੀਕੇ ਦੇ ਨਾਲ? ਬਹੁਤ ਦੇਰ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਕਾਲਜ ਆ ਗੁਰੂ ਰਾਮਦਾਸ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਵਿੱਚ, ਉਸ ਦੇ ਵਿੱਚ ਇੱਕ ਸਿੱਖ ਬੱਚੀ ਜਿਹੜੀਆਂ ਆਪਣੀਆਂ ਆਈਬ੍ਰੋਜ਼ ਪਲੱਕ ਕਰਦੀ ਸੀ, ਉਸ ਦੀ ਵਜ੍ਹਾ ਕਰਕੇ ਉਹਨਾਂ ਨੇ ਉਸ ਨੂੰ ਐਡਮਿਸ਼ਨ ਨਹੀਂ ਦਿੱਤੀ। ਠੀਕ ਹੈ ਜੀ। ਉਹ ਸਿੱਖ ਪਰਿਵਾਰ ਚੋਂ ਸੀ ਪਰ ਉਹ ਆਈਬ੍ਰੋਜ਼ ਪਲੱਕ ਕਰਦੀ ਸੀ। ਉਹਨਾਂ ਨੇ ਕਿਹਾ ਵੀ ਅਸੀਂ ਜਿਹੜੇ ਕੇਸਾਂ ਦੀ ਬੇਅਦਬੀ ਕਰਨ ਵਾਲੇ ਸਿੱਖ ਬੱਚੇ ਜਿਹੜਾ ਰਿਜ਼ਰਵੇਸ਼ਨ ਹੋਊਗੀ ਉਹਦੇ ਵਿੱਚ ਨਹੀਂ ਦਿੱਤਾ ਉਹ। ਹਾਂ, ਜਿਹੜੀ ਸਿੱਖਾਂ ਦੀਆਂ ਸੀਟਾਂ ਸੀ, ਉਹ ਸਿੱਖ ਇੰਸਟੀਟਿਊਸ਼ਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ। ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਸਿੱਖ ਬੱਚੇ ਹੈ ਉਹ ਸਿੱਖਾਂ ਜਿਹੜੇ ਕੇਸਾਂ ਦੀ ਬੇਅਦਬੀ ਕਰਦੇ ਆ, ਕਿਉਂਕਿ ਕੇਸਾਂ ਦੀ ਬਹੁਤ ਬੜੀ ਮਹੱਤਤਾ ਹੈ ਸਿੱਖੀਜ਼ਮ ਦੇ ਵਿੱਚ। ਗੁਰੂ ਗੋਬਿੰਦ ਸਿੰਘ ਦੀ ਜਿਹੜੀ ਖਾਲਸੇ ਦੀ ਸਿਰਜਣਾ ਹੈ ਉਹ ਕੇਸਾਂ 'ਤੇ ਆਧਾਰਿਤ ਹੈ। ਇਸੇ ਕਰਕੇ ਅਸੀਂ ਅਨੰਦਪੁਰ ਸਾਹਿਬ ਨੂੰ ਕੇਸ਼ਗੜ੍ਹ ਸਾਹਿਬ ਕਹਿੰਦੇ ਹਾਂ। ਤਾਂ ਉਹ ਬੱਚੀ ਨੂੰ ਐਡਮਿਸ਼ਨ ਡਿਨਾਈ ਕੀਤੀ। ਉਹ ਬੱਚੀ ਆ ਕੇ ਹਾਈ ਕੋਰਟ ਦੇ ਵਿੱਚ ਉਸਨੇ ਰਿਟ ਕਰ ਦਿੱਤੀ। ਤਾਂ ਜਦੋਂ ਉਸਨੇ ਰਿਟ ਕੀਤੀ ਤਾਂ ਉਸ ਰਿਟ ਦੇ ਵਿੱਚ ਉਸਨੇ ਕਿਹਾ ਵੀ ਮੈਂ ਤਾਂ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹਾਂ, ਮੈਂ ਸਿੱਖ ਹਾਂ, ਅਤੇ ਮੈਂ ਜੇ ਕੇਸਾਂ ਦੀ ਥੋੜ੍ਹੀ ਬਹੁਤੀ ਬੇਅਦਬੀ ਕੀਤੀ ਹੈ ਉਸ ਦੇ ਆਧਾਰ 'ਤੇ ਮੇਰੀ ਐਡਮਿਸ਼ਨ ਰੁਕਣੀ ਨਹੀਂ ਚਾਹੀਦੀ। ਤਾਂ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪੀਲ ਹੋਈ ਹਾਈ ਕੋਰਟ ਦੇ ਵਿੱਚ, ਬੈਂਚ ਸੀ ਜਿਸ ਦੇ ਵਿੱਚ ਖੇਰ ਸਾਹਿਬ ਜਿਹੜੇ ਬਾਅਦ 'ਤੇ ਚੀਫ ਜਸਟਿਸ ਆਫ ਇੰਡੀਆ ਉਹ ਹੈੱਡ ਕਰ ਰਹੇ ਸੀ ਉਸ ਬੈਂਚ ਨੂੰ। ਤਾਂ ਮੈਂ ਵੀ ਬਤੌਰ ਵਿਟਨੈਸ ਅਪੀਲ ਹੋਇਆ ਕਿ ਕੇਸਾਂ ਦੀ ਮਹੱਤਤਾ ਉਹਨਾਂ ਨੂੰ ਐਕਸਪਲੇਨ ਕਰਨੀ ਸੀ। ਜਿਹੜੀ ਉੱਥੇ ਬੈਂਚ ਬੈਠਾ ਸੀਗਾ, 3 ਜੱਜਾਂ ਦਾ ਬੈਂਚ ਸੀ, 2 ਸਿੱਖ ਸੀ, 1 ਹਿੰਦੂ ਸੀ। ਤਾਂ ਜਿਹੜਾ ਹਿੰਦੂ ਜੱਜ ਸੀ ਉਹ ਨਹੀਂ ਸੀ ਜ਼ਿਆਦਾ ਬੋਲਦਾ।
ਤਾਂ KTS ਤੁਲਸੀ ਨੂੰ ਹਾਇਰ ਕਰ ਲਿਆ, ਜਿਹੜੀ ਉਸ ਵੇਲੇ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਸੀ, ਜਿਹਦੇ ਸਰਨਾ ਸਾਹਿਬ PS ਸਰਨਾ ਉਹਨਾਂ ਦੇ ਪ੍ਰਧਾਨ ਸੀ ਉਸ ਵੇਲੇ। ਜੀ। ਉਹਨਾਂ ਨੇ ਬਹੁਤ ਹੈਫਟੀ ਫੀਸ ਵੀ ਲਿੱਤੀ, ਫਸਟ ਕਲਾਸ 에ਅਰਵੇਜ਼ ਦਾ ਕਿਰਾਇਆ ਵੀ ਲਿੱਤਾ, ਆਪਣੇ ਲਈ ਵੀ ਲਿੱਤਾ, ਆਪਣੇ ਜਿਹੜੇ ਜੂਨੀਅਰ ਲਾਇਰ ਸੀ ਉਹਨਾਂ ਲਈ ਵੀ ਲਿੱਤਾ, ਮਤਲਬ ਪੁੱਛੋ ਨਾ। ਉਹ ਆ ਕੇ, ਕਿਉਂਕਿ ਉਹਨਾਂ ਦਾ ਨਾਮ ਬਹੁਤ ਹੈ ਵੀ ਬਹੁਤ ਵੱਡੇ ਸ਼ਾਇਦ ਵਕੀਲ ਆ, ਖੈਰ ਉਹ ਅਪੀਅਰ ਹੋਏ। ਜਦੋਂ ਉਹ ਅਪੀਅਰ ਹੋਏ ਜੀ ਤਾਂ ਇੱਕ ਜਸਟਿਸ ਦੂਸਰੇ ਸੀ, ਮੇਰਾ ਖਿਆਲ ਆ ਉਹਨਾਂ ਦਾ ਨਾਮ ਸੁਰਿੰਦਰ ਸਿੰਘ ਜਾਂ ਹਰਿੰਦਰ ਸਿੰਘ ਇਹੋ ਜਿਹਾ ਨਾਮ ਸੀ ਜੀ। ਉਹ ਅੱਜ ਕੱਲ੍ਹ ਵੀ ਆਹ ਜਿਹੜਾ ਕੰਜ਼ਿਊਮਰ ਫੋਰਮ ਦੇ ਵਿੱਚ ਜੱਜ ਲੱਗੇ ਹੋਏ ਆ। ਉਹਨਾਂ ਨੇ ਇੱਕ ਸਵਾਲ ਕਰ ਦਿੱਤਾ KTS ਤੁਲਸੀ ਨੂੰ, ਔਰ ਸਾਰਾ ਕਮਰਾ ਛੱਕਾ ਛੱਕ ਭਰਿਆ ਹੋਇਆ ਸੀ, ਤਿਲ ਸਿੱਟਣ ਦੀ ਉਹਦੇ 'ਚ ਜਗ੍ਹਾ ਨਹੀਂ ਸੀ। ਵਕੀਲ ਵੀ ਸੀ, ਸਿੱਖ ਜਥੇਬੰਦੀਆਂ ਦੇ ਬੰਦੇ ਵੀ ਸੀ, ਹੋਰ ਆਮ ਵੀ ਲੋਕ ਉੱਥੇ ਇਕੱਠੇ ਹੋਏ ਹੋਏ ਸੀ ਵੀ ਐਡਾ ਵੱਡਾ ਕੇਸ ਆਏ ਜੀ। ਤਾਂ ਉਹ ਨੇ ਸਵਾਲ ਕੀਤਾ ਜੱਜ ਸਾਹਿਬ ਨੇ ਕਿ ਤੁਲਸੀ ਸਾਹਿਬ ਇਹ ਦੱਸੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਗੁਰੂਆਂ ਦੀ ਬਾਣੀ ਆ? ਤਾਂ ਉਹਨਾਂ ਨੇ ਕਹਿਤਾ ਵੀ 10 ਗੁਰੂਆਂ ਦੀ ਬਾਣੀ ਤੁਲਸੀ। ਇਹ ਮੇਰੀ ਪ੍ਰੈਜ਼ੈਂਸ ਦੇ ਵਿੱਚ ਗੱਲ ਆ, ਔਰ ਉੱਥੇ ਐਸਾ ਹਾਸਾ ਉੱਡਿਆ, ਐਸਾ ਤਮਾਸ਼ਾ ਹੋਇਆ, ਔਰ ਉਹਦੇ 'ਚ ਮਤਲਬ ਬੜੀ ਸ਼ਰਮਨਾਕ ਗੱਲ ਆ ਸਿੱਖਾਂ ਲਈ ਕਿ ਜਿਹੜੇ ਹਿੰਦੂ ਆ ਉਹਨਾਂ ਨੂੰ ਵੀ ਪਤਾ ਵੀ ਉਹਦੇ ਵਿੱਚ ਮਤਲਬ 6 ਗੁਰੂਆਂ ਦੀ ਬਾਣੀ ਆ, 5 ਤਾਂ ਗੁਰੂ ਅਰਜਨ 9ਵੇਂ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ। ਤੋਂ ਮੇਰਾ ਮਤਲਬ ਕਹਿਣ ਦਾ ਇਹ ਆ, ਇਹ ਤਾਂ ਇਹਨਾਂ ਦੀ ਨੌਲੇਜ ਆ, ਇਹ ਇਹਨਾਂ ਦੀ, ਇਹ ਮੇਰੀ ਪ੍ਰੈਜ਼ੈਂਸ ਦੀ ਗੱਲ ਆ ਜੀ। ਔਰ ਹੋ ਸਕਦਾ ਉਹਨਾਂ ਨੇ ਰਿਕਾਰਡ ਨਾ ਕੀਤੀ ਹੋਵੇ, ਕਿਉਂਕਿ ਉਹਨਾਂ ਦੇ ਜਿਹੜੇ ਹੈੱਡ ਜਿਹੜੇ ਜੱਜ ਸੀ, ਜਿਹੜੇ ਉਹ ਪ੍ਰੈਜ਼ਾਈਡ ਓਵਰ ਕਰ ਰਹੇ ਸੀ, ਜਗਦੀਸ਼ ਸਿੰਘ ਖੇਰ, ਉਹਨਾਂ ਦੀ ਖੈਰ ਸਪੈਸ਼ਲ ਵੀਕਨੈਸ ਸੀ KTS ਤੁਲਸੀ ਨਾਲ, ਇਹਦੇ ਨਾਲ ਬੜੀ ਸੌਫਟ ਵਰਡਸ ਦੇ ਵਿੱਚ ਉਹ ਗੱਲ ਕਰਦੇ ਸੀਗੇ। ਤਾਂ ਮੈਨੂੰ ਨਹੀਂ ਪਤਾ ਵੀ ਉਹ ਪ੍ਰੋਸੀਡਿੰਗਸ ਲਿਆਂਦੀ ਗਈ ਆ, ਪਰ ਇਹ ਗੱਲ ਵਾਪਰੀ ਆ ਮੇਰੀ ਪ੍ਰੈਜ਼ੈਂਸ ਦੇ ਵਿੱਚ। ਠੀਕ ਹੈ ਜੀ। ਮੈਂ ਉਸ ਕੋਰਟ ਦੇ ਵਿੱਚ ਪ੍ਰੈਜ਼ੈਂਟ ਸੀ। ਤਾਂ ਹੁਣ ਕਿਸ ਕਿਸਮ ਦੀ ਤੁਸੀਂ ਕਿਹੜੀ ਸਿੱਖੀ ਐਕਸਪੈਕਟ ਕਰਦੇ ਹੋ KTS ਤੁਲਸੀ ਤੋਂ? ਜੀ। ਕਿਸ ਕਿਸਮ ਦੀ ਤੁਸੀਂ ਸਿੱਖੀ ਦੀ ਪਰਿਭਾਸ਼ਾ, ਸਿੱਖੀਜ਼ਮ ਦਾ ਇਤਿਹਾਸ, ਗੁਰੂਆਂ ਦਾ ਇਤਿਹਾਸ, ਸਿੱਖੀ ਦਾ ਇਤਿਹਾਸ, ਤੋਂ ਕਿਸ ਕਿਸਮ ਦੀ ਗੱਲ? ਉਹਨਾਂ ਤੋਂ ਇਹੀ ਚੀਜ਼ ਐਕਸਪੈਕਟਡ ਆ। ਜਿਸ ਬੰਦੇ ਨੂੰ ਕੇਸਾਧਾਰੀ ਹੈਗੇ ਆ, ਉਹ ਜ਼ਰੂਰ, ਜਿਸ ਬੰਦੇ ਨੂੰ ਇਸ ਉਮਰ ਤੱਕ ਨਾਮੀ ਵਕੀਲ ਹੈਗੇ ਆ, ਰਾਜ ਸਭਾ ਦੇ ਪਤਾ ਨਹੀਂ ਹੁਣ ਮੈਂਬਰ ਰਹੇ ਆ ਕਾਂਗਰਸ ਕੰਨਿਓ, ਹੁਣ ਉਹ ਮੇਰਾ ਖਿਆਲ ਆ ਦਰਵਾਜ਼ੇ ਖੋਲ੍ਹ ਰਹੇ ਆ ਕਿ BJP ਵੀ ਮੈਨੂੰ ਸ਼ਾਇਦ ਰਾਜ ਸਭਾ ਜਾਂ ਇੱਧਰ ਉੱਧਰ ਕਿਸੇ ਜਗ੍ਹਾ ਵੱਡੀ ਪੋਜੀਸ਼ਨ 'ਤੇ ਦੇ ਦੇ। ਤੋ ਇਹ KTS ਤੁਲਸੀ ਸਾਹਿਬ ਦਾ ਇਤਿਹਾਸ ਆ। ਤੋ ਜਿਸ ਕਿਸਮ ਦਾ ਉਸ ਬੰਦੇ ਦਾ ਸਾਰਾ ਇਤਿਹਾਸ ਤੇ ਪਿਛੋਕੜ ਹੁੰਦਾ, ਉਸੇ ਕਿਸਮ ਦੀ ਉਹਦੀ ਕਰਤੂਤ ਹੁੰਦੀ ਆ, ਉਸੇ ਕਿਸਮ ਦੇ ਉਹਦੇ ਕੰਮ ਹੁੰਦੇ। ਤੋ ਮੈਂ ਸਮਝਦਾ ਇਸ ਕਿਸਮ ਦੀ ਗੱਲ ਕਰਕੇ ਆਪਣਾ ਤਾਂ ਉਹਨਾਂ ਨੇ ਨਾਸ਼ ਮਾਰਿਆ ਹੀ ਆ, ਪਰ ਸਿੱਖੀ ਭਾਵਨਾਵਾਂ ਨੂੰ, ਸਿੱਖਾਂ ਦੀਆਂ ਭਾਵਨਾਵਾਂ ਨੂੰ ਬੜੀ ਠੇਸ ਦਿੱਤੀ ਆ। ਇਹ ਜਿਹੜੀ ਚੀਜ਼ ਹੈ ਬਚਿੱਤਰ ਨਾਟਕ 'ਚੋਂ ਦਿੱਤੀ ਹੋਣੀ ਆ ਉਹਨਾਂ ਨੇ। ਬਚਿੱਤਰ ਨਾਟਕ ਦੇ ਵਿੱਚ 24 ਅਵਤਾਰ ਦਾ ਰੈਫਰੈਂਸਿਸ ਹੈਗਾ, ਤਾਂ ਅਸੀਂ ਅਵਤਾਰਹੁੱਡ ਦੇ ਖਿਲਾਫ ਹਾਂ। ਮਤਲਬ ਇਹ ਗੱਲ ਬੜੀ ਸਪਸ਼ਟ ਤਰੀਕੇ ਨਾਲ ਸਮਝਣੀ ਚਾਹੀਦੀ ਹੈ ਕਿ ਸਾਡੇ ਗੁਰੂ ਕਿਸੇ ਦੇ ਅਵਤਾਰ ਨਹੀਂ, ਸਾਡੇ ਗੁਰੂ ਪੈਗੰਬਰ ਆ। ਪੈਗੰਬਰ ਆ ਉਹ, ਮਤਲਬ ਮੈਸੇਂਜਰ ਹੈਗੇ ਗੋਡ ਦੇ, ਰੱਬ ਦੇ, ਔਰ ਰੈਵੀਲੇਸ਼ਨ ਦੇ ਰਹੇ ਆ ਦੁਨੀਆ ਨੂੰ, ਪੈਗਾਮ ਦੇ ਰਹੇ ਆ। ਕਿਸ ਦਾ ਪੈਗਾਮ ਦੇ ਰਹੇ ਆ? ਰੱਬ ਦਾ ਪੈਗਾਮ, ਅਕਾਲ ਪੁਰਖ ਦਾ ਪੈਗਾਮ ਦੇ ਰਹੇ ਆ। ਔਰ ਅਕਾਲ ਪੁਰਖ ਦੀ ਜਿਹੜੀ ਕਰਨੀ ਆ, ਜਿਹੜੀ ਉਸ ਦੀ ਹੋਂਦ ਆ, ਉਸ ਨੂੰ ਉਹ ਐਸਟੈਬਲਿਸ਼ ਕਰ ਰਹੇ ਆ ਦੁਨੀਆ ਦੇ ਵਿੱਚ। ਸਰ ਇੱਕ ਸਵਾਲ, ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ BJP ਜਾਂ RSS ਦੀ ਵੀ ਤੁਲਸੀ ਸਾਹਿਬ ਦਾ ਸਾਰਾ ਕਰੈਕਟਰ ਵੀ ਆ ਗਿਆ। ਹਾਂਜੀ। ਦੂਜੇ ਬੰਨੇ ਇਸੇ ਹੀ ਗ੍ਰੰਥ ਨੂੰ ਬੜੇ ਜ਼ੋਰ ਸ਼ੋਰ ਨਾਲ ਪਿਛਲੇ ਕਾਫੀ ਸਾਲਾਂ ਤੋਂ ਪ੍ਰਚਾਰਿਆ ਵੀ ਜਾ ਰਿਹਾ, ਔਰ ਉਹਦੇ ਲਈ ਇੱਕ ਦੂਜੇ ਦੀਆਂ ਪੱਗਾਂ ਵੀ ਲੱਥ ਰਹੀਆਂ ਨੇ। ਸਿੱਖ ਜਥੇਬੰਦੀਆਂ ਜਿਵੇਂ ਡੇਰੇਦਾਰ ਹੋ ਗਏ ਜਾਂ ਟਕਸਾਲਾਂ ਹੋ ਗਈਆਂ, ਹੈ ਨਾ, ਤਾਂ ਇਹਨਾਂ ਦਾ ਕਿਰਦਾਰ ਤੇ RSS ਦੀ ਬੋਲੀ ਇਹ ਸੇਮ ਜੇ ਨਹੀਂ ਜਾਪਦੀ ਫਿਰ? ਐਬਸੋਲੂਟਲੀ ਸੇਮ। ਦੇਖੋ RSS ਦੀ ਸਿੱਧੀ ਇੱਕ ਪਾਲਿਸੀ ਆ ਕਿ ਕਿਸ ਤਰੀਕੇ ਨਾਲ ਸਿੱਖਾਂ ਦੀ ਧਾਰਮਿਕ ਆਇਡੈਂਟੀਟੀ ਨੂੰ ਖਤਮ ਕਰਨਾ ਜੀ। ਮੈਂ ਕਹਿੰਦਾ ਉਹ ਗੱਲ ਹੀ ਕੁਛ ਨਹੀਂ। ਗੁਰੂ ਪੰਜਵੇਂ ਪਾਤਸ਼ਾਹ ਨੇ ਮਤਲਬ 1136 ਪੰਨਾ ਮੇਰਾ ਖਿਆਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਹਦੇ ਵਿੱਚ ਸਿੱਧੀ ਤੌਰ 'ਤੇ ਸਿੱਖਾਂ ਦੀ ਆਇਡੈਂਟੀਟੀ ਡਿਫਾਈਨ ਕੀਤੀ ਹੈ ਜੀ। ਉਹਨਾਂ ਨੇ ਸਿੱਧੇ ਤੌਰ 'ਤੇ ਕਿਹਾ ਨਾ ਅਸੀਂ ਹਿੰਦੂ ਹਾਂ, ਨਾ ਅਸੀਂ ਮੁਸਲਮਾਨ, ਨਾ ਅਸੀਂ ਵਰਤ ਰੱਖਦੇ ਹਾਂ, ਨਾ ਅਸੀਂ ਰਮਾਦਾਨ ਜਾਂਦੇ ਹਾਂ, ਨਾ ਅਸੀਂ ਮਸਜਿਦਾਂ 'ਚ ਜਾਂਦੇ ਹਾਂ, ਨਾ ਅਸੀਂ ਉਹਨਾਂ ਦੇ ਤੀਰਥਾਂ 'ਤੇ ਜਾਂਦੇ ਹਾਂ, ਨਾ ਅਸੀਂ ਉਹ ਮਤਲਬ ਵਰਤ ਰੱਖਦੇ ਹਾਂ। ਤੋ ਇਹ ਸਾਰੀਆਂ ਮਤਲਬ 7-8 ਲਾਈਨਾਂ
ਜੀ ਜਿਹੜੀਆਂ ਮਹਾਰਾਜ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਲਿਖੀਆਂ ਵੀਆਂ, ਠੀਕ ਹੈ ਜੀ। ਜਿਸ ਦੇ ਉੱਤੇ ਐਂਬੀਗੁਇਟੀ ਹੋ ਹੀ ਨਹੀਂ ਸਕਦੀ, ਕਿਉਂਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਰਮੇਸ਼ਰ ਮੰਨਦੇ ਹਾਂ। ਇਹ ਵੀ ਲਿਖਿਆ ਹੋਇਆ ਪੋਥੀ ਪਰਮੇਸ਼ਰ ਕਾ ਥਾਨ ਜੀ। ਤੇ ਜੇ ਅਸੀਂ ਪਰਮੇਸ਼ਰ ਕਾ ਥਾਨ ਉਸ ਨੂੰ ਮੰਨਦੇ ਆ ਤਾਂ ਉਹਦੀ ਜਿਹੜੀ ਲਿਖਤ ਆ ਉਹਦੇ ਵਿੱਚ ਜੋ ਕੁਝ ਹੋਰ ਲਿਖਿਆ ਹੋਇਆ, ਜੋ ਕੁਝ ਹੋਰ ਮੈਸੇਜ ਆ, ਜੋ ਕੁਝ ਹੋਰ ਉਸ ਦੇ ਵਿੱਚ ਕਿਹਾ ਗਿਆ, ਉਸ ਨੂੰ ਵੀ ਅਸੀਂ ਗੁਰੂ ਦਾ ਰੂਪ ਮੰਨ ਕੇ ਹੀ ਆਪਣੀ ਜ਼ਿੰਦਗੀ 'ਚ ਢਾਲ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਜੀ। ਤੋ ਇਸ ਕਰਕੇ ਇਸ ਗੱਲ ਤੇ ਕੋਈ ਸਿੱਖਾਂ ਦੀ ਆਇਡੈਂਟੀਟੀ ਤੇ ਡਿਸਪਿਊਟ ਹੋ ਹੀ ਨਹੀਂ ਸਕਦੀ। ਮੈਂ ਤਾਂ ਕਹਿੰਦਾ ਭਾਈ ਕਾਹਨ ਸਿੰਘ ਨੂੰ ਉਹ ਕਿਤਾਬ ਲਿਖਣ ਦੀ ਲੋੜ ਹੀ ਨਹੀਂ ਸੀ, ਹਮ ਹਿੰਦੂ ਨਹੀਂ ਹੈ। ਉਹ ਤਾਂ ਤੁਸੀਂ ਮਤਲਬ ਸਿੱਧੇ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਉਹ ਤੁਕਾਂ ਅੱਗੇ ਅਗਲੇ ਦੇ ਰੱਖ ਦਿਓ ਕਿ ਭਾਈ ਹੁਣ ਮੈਂ ਇਸੇ ਕਰਕੇ ਬਹੁਤ ਵਾਰੀ ਸਟੇਟਮੈਂਟ ਦਿੱਤੀ ਆ ਵੀ ਆਪਣੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਆ, ਉਹ ਐਵੇਂ ਕਹੀ ਜਾਂਦੇ ਆ ਮੋਹਨ ਭਗਵਤ ਆਹ ਕਰਦਾ ਉਹ ਕਰਦਾ। ਮੈਂ ਕਹਿੰਦਾ ਮੋਹਨ ਭਗਵਤ ਦੇ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਉਹ ਤੁਕਾਂ ਰੱਖ ਦਿਓ ਤਾਂ ਉਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ, ਨਾ ਅਸੀਂ ਹਿੰਦੂਆਂ ਨਾ ਅਸੀਂ ਮੁਸਲਮਾਨ, ਨਾ ਅਸੀਂ ਉਹਨਾਂ ਦੇ ਸਾਰੇ ਕਰਮ ਕਾਂਡ ਨੂੰ ਕੰਡੈਮ ਕੀਤਾ, ਜਿਹੜਾ ਉਹਨਾਂ ਦਾ ਰਿਚੁਅਲਿਜ਼ਮ ਆ ਉਸ ਨੂੰ ਬਰੂਟਲੀ ਅਟੈਕ ਕੀਤਾ। ਇਸੇ ਤਰੀਕੇ ਦੇ ਨਾਲ ਮੁਸਲਮਾਨਾਂ ਦਾ ਜਿਹੜਾ ਸਿਸਟਮ ਆ ਉਸ ਦੇ ਉੱਤੇ ਅਟੈਕ ਕੀਤਾ। ਤਾਂ ਉਹਨਾਂ ਨੇ ਕਿਹਾ ਅਸੀਂ ਇੱਕ ਰੱਬ ਨੂੰ ਮੰਨਣ ਵਾਲੇ ਆ, ਉਹਦੇ ਅੱਗੇ ਤੁਸੀਂ ਰੱਖ ਦਿਓ ਕਾਹਨੂੰ ਔਖੇ ਹੁੰਦੇ ਹੋ। ਇਸੇ ਤਰੀਕੇ ਨਾਲ ਆਹ ਜਿਹੜਾ ਹਿੰਦੁਸਤਾਨ ਟਾਈਮਜ਼ ਆ ਨਾ, ਬਹੁਤ ਪੁਰਾਣੀ ਗੱਲ ਆ, ਜਦੋਂ ਮਿਸਟਰ ਸੰਧੂ ਇਹਦੇ ਲੋਕਲ ਐਡੀਟਰ ਹੁੰਦੇ ਸੀਗੇ, ਜਿਹੜੇ MLA ਨੇ ਹੁਣ ਅੱਜ ਕੱਲ੍ਹ ਆਪ ਦੇ MLA ਜੀ ਜੀ ਜੀ, ਉਹਨਾਂ ਨੂੰ ਇੱਕ ਪ੍ਰੋਜੈਕਟ ਆਇਆ ਸੈਂਟਰ ਉਹ ਦਿੱਲੀ ਤੋਂ ਵੀ ਤੁਸੀਂ ਮਤਲਬ ਇਹ ਦੱਸੋ ਵੀ ਕਿਸ ਤਰੀਕੇ ਦੇ ਨਾਲ RSS ਦਾ ਕੀ ਏਜੰਡਾ ਹੈ ਤੇ ਕੀ ਸਿੱਖਾਂ ਦੀ ਪੋਜੀਸ਼ਨ, ਸਿੱਖਾਂ ਦੇ ਉੱਤੇ ਕੀ ਏਜੰਡਾ। ਉਹ ਮੈਨੂੰ ਕਹਿਣ ਲੱਗੇ ਵੀ ਸਤਿਆਰਥ ਪ੍ਰਕਾਸ਼ ਤੁਹਾਡੇ ਕੋਲ ਹੈਗਾ? ਉਹਨਾਂ ਨੇ ਵਿਚਾਰਿਆਂ ਨੇ ਦੇਖਿਆ ਨਹੀਂ ਸੀ। ਸਤਿਆਰਥ ਪ੍ਰਕਾਸ਼ ਆਰੀਆ ਸਮਾਜ ਦਾ ਸਵਾਮੀ ਦਇਆਨੰਦ ਦਾ ਗ੍ਰੰਥ ਆ, ਉਹ ਬਹੁਤ ਵੱਡਾ ਗ੍ਰੰਥ ਆ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿਸ ਗੱਲ ਦੀ ਲੋੜ ਹੈ? ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਸੈਂਟਰ ਤੋਂ ਆਇਆ। ਮੈਂ ਕਿਹਾ ਉਹ ਤੁਹਾਡੇ ਵੱਸ ਦਾ ਰੋਗ ਨਹੀਂ ਜੀ, ਤੁਸੀਂ ਕਿਉਂਕਿ ਤੁਸੀਂ ਮਤਲਬ ਜਰਨਲਿਸਟ ਦੀ ਇੱਕ ਆਪਣੀ ਪੋਜੀਸ਼ਨ ਹੁੰਦੀ ਆ, ਉਹਨੇ ਬਹੁਤ ਸਾਰੀਆਂ ਚੀਜ਼ਾਂ ਲਿਖਣੀਆਂ ਹੁੰਦੀਆਂ। ਇਹ ਹੈਗਾ ਇੱਕ ਮਤਲਬ ਪਰਟੀਕੂਲਰ ਕਿਸਮ ਦਾ ਸਬਜੈਕਟ ਆ ਜੀ, ਜਿਸ ਸਬਜੈਕਟ ਦੇ ਉੱਤੇ ਜਿਸ ਬੰਦੇ ਦੀ ਸਪੈਸ਼ਲਾਈਜੇਸ਼ਨ ਆ, ਜਿਹਨੇ ਆਪਣੀ ਜ਼ਿੰਦਗੀ ਲਾਈ ਆ, ਉਹੀ ਇਸ ਦੇ ਉੱਤੇ ਕੁਝ ਲਿਖ ਸਕਦਾ। ਉਹ ਮੈਨੂੰ ਮੈਂ ਕਿਹਾ ਜੀ ਉਹ ਤਾਂ ਬਹੁਤ ਵੱਡਾ ਗ੍ਰੰਥ ਆ। ਉਹ ਕਹਿੰਦੇ ਕਿੱਥੇ? ਮੈਂ ਕਿਹਾ ਜੀ ਇੱਥੇ ਲਾਇਬ੍ਰੇਰੀ ਦੇ ਵਿੱਚ ਪਿਆ ਉਹ, ਪਰ ਉਹ ਪੜ੍ਹੋਗੇ ਤੁਸੀਂ ਤਾਂ ਤੁਹਾਨੂੰ ਤਾਂ ਕਈ ਮਹੀਨੇ ਲੱਗ ਜਾਣੇ ਉਹਨੂੰ ਸਮਝਣ ਲਈ, ਉਹਦੀ ਬੈਕਗਰਾਊਂਡ ਆ ਕਿਉਂ ਲਿਖਿਆ ਗਿਆ। ਤੇ ਉਹਦੇ 'ਚ ਗੁਰੂ ਨਾਨਕ ਦੇਵ ਮਹਾਰਾਜ ਦੀ ਤੋਹੀਨ ਕੀਤੀ ਗਈ ਆ, ਹੋਰ ਮਤਲਬ ਗੁਰੂਆਂ ਦੀ ਤੋਹੀਨ ਕੀਤੀ, ਕੇਸਾਂ ਦੀ ਤੋਹੀਨ, ਬਹੁਤ ਲੰਬੀ ਕਹਾਣੀ ਆ ਉਹ। ਫਿਰ ਸਵਾਮੀ ਦਇਆਨੰਦ ਕੌਣ ਸੀ, ਕਿੱਥੋਂ ਆਇਆ, ਉਹ ਤੁਹਾਡੇ ਵੱਸ ਦਾ ਰੋਗ ਨਹੀਂ। ਉਹ ਮੈਨੂੰ ਕਹਿਣ ਲੱਗੇ ਵੀ ਤੁਸੀਂ ਆਰਟੀਕਲ ਲਿਖ ਦਿਓ ਤਾਂ ਮੈਂ ਤੁਹਾਡੇ ਨਾਂ ਤੇ ਉੱਥੇ ਛਪ ਜਾਊਗਾ ਹਿੰਦੁਸਤਾਨ ਟਾਈਮ 'ਚ ਲੀਡਿੰਗ ਆਰਟੀਕਲ ਜੀ। ਤਾਂ ਮੈਂ ਉਸ ਦੇ ਵਿੱਚ ਆਰਟੀਕਲ ਲਿਖਿਆ। ਅਖੀਰ ਦੇ ਵਿੱਚ ਮੈਂ ਉਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਕੋਟੇਸ਼ਨ ਜਿਹੜੀ ਉੱਥੇ ਲਿਖ ਦਿੱਤੀ, ਹਮ ਹਿੰਦੂ ਨਾ ਹਮ। ਉਹ ਸਾਰੀ ਉਹਦਾ ਇੰਗਲਿਸ਼ ਟ੍ਰਾਂਸਲੇਸ਼ਨ, ਕਿਉਂਕਿ ਇੰਗਲਿਸ਼ ਦੇ ਵਿੱਚ ਆਰਟੀਕਲ ਸੀ, ਉਹਦਾ ਇੰਗਲਿਸ਼ ਟ੍ਰਾਂਸਲੇਸ਼ਨ ਮੈਂ ਉਹਦੇ ਵਿੱਚ ਲਿਖਤਾ। ਮੈਂ ਕਿਹਾ ਜੀ ਆਹ ਆਦੇਸ਼ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਜਿਹਨੂੰ ਅਸੀਂ ਸਾਖਸ਼ਾਤ ਗੁਰੂ ਮੰਨਦੇ ਹਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਉਂਦਾ ਜਾਗਦਾ ਕਾਰਪੋਰੇਟ ਗੁਰੂ, ਤਾਂ ਅਸੀਂ ਤਾਂ ਉਸ ਦੇ ਉੱਤੇ ਕਿੰਤੂ ਪਰੰਤੂ ਕੋਈ ਕਰ ਹੀ ਨਹੀਂ ਸਕਦੇ ਜੀ। ਤੋ ਇਹੀ ਮੇਰੀ ਮਤਲਬ ਬੇਨਤੀ ਆ ਤੁਲਸੀ ਸਾਹਿਬ ਨੂੰ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹਦੇ ਬਾਰੇ ਤੁਸੀਂ ਐਡੀ ਬੜੀ ਮਤਲਬ ਗੈਦਰਿੰਗ 'ਚ ਪੜ੍ਹੇ ਲਿਖੇ ਇੰਨੇ ਸਿਆਣੇ ਸੂਝਵਾਨ, ਜਿਹੜੇ ਹੁਣ ਜਿਹੜੇ ਜਗਦੀਸ਼ ਸਿੰਘ ਖੇਰ ਆ ਉਹ ਬਾਅਦ 'ਚ ਚੀਫ ਜਸਟਿਸ ਆਫ ਇੰਡੀਆ ਵੀ ਬਣੇ ਆ ਜੀ ਜੀ ਜੀ, ਹਾਂਜੀ। ਤੋ ਇਸੇ ਤਰੀਕੇ ਨਾਲ ਦੂਸਰੇ ਜੱਜ ਵੀ ਹੋਣੇ। ਉਹ ਮੈਂ ਤਾਂ ਇੱਕ ਉਹ ਹਿੰਦੂ ਜੱਜ ਸੀ, ਮੈਂ ਉਹਨਾਂ ਨੂੰ ਮੈਨੂੰ ਨਹੀਂ ਪਤਾ ਉਹ ਵਿਚਾਰੇ ਕਿੱਥੇ ਗਏ ਕਿੱਥੇ ਨਹੀਂ। ਪਰ ਮੇਰਾ ਮਤਲਬ ਕਹਿਣ ਦਾ ਇਹ ਆ, ਐਡੀ ਬੜੀ ਪੜ੍ਹੀ ਲਿਖੀ ਮਹਿਫਲ ਦੇ ਵਿੱਚ ਜਿੱਥੇ ਹਰ ਸ਼ਬਦ ਬੋਲਿਆ ਜਿਹੜਾ ਉਹ ਮੇਜਰ ਕੀਤਾ ਜਾਂਦਾ, ਤੁਸੀਂ ਇਸ ਕਿਸਮ ਦੀ, ਮੈਂ ਹੁਣ ਕੀ ਕਹਾਂ, ਮਤਲਬ ਉਹਦਾ ਮੈਂ ਲਫ਼ਜ਼ ਜੇ ਬੋਲਾਂ ਮੈਨੂੰ ਚੰਗਾ ਨਹੀਂ ਲੱਗਦਾ। ਮਤਲਬ ਇੰਨੇ ਜ਼ਿੰਮੇਵਾਰੀ ਦੇ ਨਾਲ ਉੱਥੇ ਬੋਲਣਾ ਚਾਹੀਦਾ, ਜਿਹਦਾ ਇੱਕ ਇੱਕ ਸ਼ਬਦ ਤੋਲਿਆ ਹੋਇਆ ਹੋਵੇ, ਵਾਚ ਕੀਤਾ ਹੋਇਆ ਹੋਵੇ, ਉਹਦੀ ਬੈਕਗਰਾਊਂਡ ਦਾ ਪਤਾ ਹੋਵੇ। ਹੁਣ ਇਸ ਕਿਸਮ ਦੀ ਸਟੇਟਮੈਂਟ ਦੇ ਦੇਣੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ 10 ਗੁਰੂਆਂ ਦੀ ਬਾਣੀ, ਮਤਲਬ ਇਹ ਤਾਂ ਇੱਕ ਮੈਂ ਸਮਝਦਾ ਪਿੰਡਾਂ ਦੇ ਅਨਪੜ੍ਹ ਤੋਂ ਅਨਪੜ੍ਹ ਬੰਦੇ ਜਿਹੜੇ ਖੁੰਡਾਂ ਤੇ ਬੈਠੇ ਉਹਨਾਂ ਨੂੰ ਵੀ ਪਤਾ। ਤੋ ਇੱਕ ਐਡਾ ਬੜਾ ਨਾਮੀ ਵਕੀਲ ਜਿਹੜਾ ਦਿੱਲੀ ਗੁਰਦੁਆਰਾ ਮੈਨੇਜਿੰਗ ਕਮੇਟੀ ਨੂੰ ਰਿਪਰੈਜ਼ੈਂਟ ਕਰ ਰਿਹਾ, ਕਰੋੜਾਂ ਰੁਪਏ ਦੀਆਂ ਸਹੂਲਤਾਂ ਦੇ ਪੈਸੇ ਪੁੱਛੋ ਨਾ।
तो मेरा मतलब कहने ਦਾ ਇਹ ਆ ਹੁਣ ਕੀ ਕਹੀਏ KTS ਤੁਲਸੀ ਸਰ ਇਸ ਆਖਰੀ ਮੈਂ ਗੱਲ ਕਰਦਾ ਕਿਉਂਕਿ ਸਮਾਂ ਆਲਮੋਸਟ ਹੋ ਹੀ ਚੁੱਕਾ। ਹਾਂਜੀ, ਜੇ ਮੰਨ ਲਓ ਬਚਿੱਤਰ ਨਾਟਕ ਜਾਂ ਜਿਹਨੂੰ ਦਸਮ ਗ੍ਰੰਥ ਦਾ ਨਾਮ ਦਿੱਤਾ ਗਿਆ ਅੱਜ ਦੀ ਧਿਰ ਦੇ ਸਮੇਂ ਦੇ ਵਿੱਚ, ਜਿਵੇਂ RSS ਵੀ ਉਹਦੀਆਂ ਗਾਹੇ ਬਗਾਹੇ ਗੱਲਾਂ ਕਰਦੀ, ਉਹਨਾਂ ਦੀ ਮਨ ਦੀ ਇੱਛਾ ਕਿ ਇਹਨੂੰ ਸਟੈਬਲਿਸ਼ ਕੀਤਾ ਜਾਵੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ, ਸ਼ਰੀਕ ਬਣਾਇਆ ਜਾਵੇ, ਪੰਜਾਬੀ ਚ ਕਹੋ ਜੀ ਉਹਦਾ ਸ਼ਰੀਕ, ਬਿਲਕੁਲ ਪੈਰਲਲ ਉਹਨੂੰ ਖੜਾ ਕੀਤਾ। ਮਤਲਬ ਜੇ RSS ਦੀ ਇਹ ਮਨਸ਼ਾ ਜਾਂ ਸਾਡੀਆਂ ਜਿਹੜੀਆਂ ਕੁਝ ਕੁ ਸਿੱਖ ਜਥੇਬੰਦੀਆਂ ਨੇ ਉਹਨਾਂ ਦੀ ਇਹ ਮਨਸ਼ਾ ਪੂਰੀ ਹੁੰਦੀ ਆ ਤਾਂ ਇਹਦੇ ਨਾਲ ਕੀ ਪ੍ਰਭਾਵ ਪਏਗਾ ਸਿੱਖ ਐਜ਼ ਏ ਕੌਮ ਦੇ ਉੱਪਰ, ਕੀ ਪ੍ਰਭਾਵ ਪੈ ਸਕਦਾ? ਦੇਖੋ, ਸਿੱਖੀ ਦੀ ਸੈਪਰੇਟ ਆਇਡੈਂਟੀਟੀ ਰਹਿ ਹੀ ਨਹੀਂ ਸਕਦੀ, ਕਿਉਂਕਿ ਜਿਹੜਾ ਬਚਿੱਤਰ ਨਾਟਕ ਪਹਿਲਾਂ ਬਚਿੱਤਰ ਨਾਟਕ ਸਾਡੇ ਤੇ ਤਾਂ ਕੇਸ ਤੁਹਾਨੂੰ ਪਤਾ ਕੰਪਲੇਂਟ ਹੋਈ ਵੀ ਪੁਲਿਸ ਸਟੇਸ਼ਨ ਦੇ ਵਿੱਚ, ਤੁਹਾਨੂੰ ਪਤਾ ਹੀ ਇਸ ਗੱਲ, ਮੇਰੇ ਤੇ ਗੁਰਤੇਜ ਦੇ ਖਿਲਾਫ ਜੀ। ਤਾਂ ਬਚਿੱਤਰ ਨਾਟਕ ਪਹਿਲਾਂ ਤੁਹਾਨੂੰ ਸਮਝਾ ਲਾਂ, ਬਚਿੱਤਰ ਹੁੰਦਾ ਵੀ ਇੱਕ ਐਸਾ ਸਟ੍ਰੇਂਜ ਆ, ਮਤਲਬ ਅਜੀਬ ਜਿਹਾ ਨਾਟਕ ਜਿਹੜੀ ਮਤਲਬ ਕਹਾਣੀ ਹੈ, ਫੇਕ ਕਹਾਣੀ ਜਿਹਨੂੰ ਨਾਟਕ। ਕੋਈ ਦੁਨੀਆ ਦੇ ਵਿੱਚ ਲੱਖਾਂ ਆਟੋਬਾਇਓਗ੍ਰਾਫੀਜ਼ ਲਿਖੀਆਂ ਗਈਆਂ, ਮਹਾਰਾਜ ਤੋਂ ਗੁਰੂ ਨਾਨਕ ਮਹਾਰਾਜ ਤੋਂ ਵੀ ਪਹਿਲਾਂ ਆਟੋਬਾਇਓਗ੍ਰਾਫੀ ਲਿਖੀਆਂ ਗਈਆਂ, ਉਹਨਾਂ ਦੇ ਟਾਈਮ 'ਚ ਵੀ ਆਟੋਬਾਇਓਗ੍ਰਾਫੀ ਬਹੁਤ ਮਸ਼ਹੂਰ ਤੁਜ਼ਕੇ ਜਹਾਂਗੀਰੀ ਹੈ, ਤੁਜ਼ਕੇ ਬਾਬਰੀ ਹੈ ਜੀ, ਫਿਰ ਬਾਅਦ 'ਚ ਤੁਜ਼ਕੇ ਜਹਾਂਗੀਰੀ ਹੈ। ਮਤਲਬ ਬਹੁਤ ਸਾਰੀਆਂ ਲੋਕਾਂ ਨੇ, ਆਮ ਬੰਦਿਆਂ ਨੇ ਵੀ ਆਪਣੀ ਆਟੋਬਾਇਓਗ੍ਰਾਫੀ ਲਿਖੀ। ਕਿਸੇ ਬੰਦੇ ਨੇ ਆਪਣੀ ਆਟੋਬਾਇਓਗ੍ਰਾਫੀ ਨੂੰ ਨਾਟਕ ਕਿਹਾ? ਸਹੀ ਗੱਲ, ਮੈਨੂੰ ਦੱਸੋ। ਮੈਂ ਆਪਣੀ ਆਟੋਬਾਇਓਗ੍ਰਾਫੀ ਲਿਖਾਂ, ਭਾਵੇਂ ਉਹਦੇ 'ਚ ਮੈਂ ਗਲਤ ਗੱਲਾਂ ਲਿਖਦੇ ਆ, ਪਰ ਮੈਂ ਕਦੇ ਨਹੀਂ ਕਹੂੰਗਾ ਵੀ ਉਹ ਨਾਟਕ ਆ, ਮੈਂ ਤਾਂ ਕਹੂੰਗਾ ਬਸ 100% ਰਿਐਲਿਟੀ ਆ। ਤਾਂ ਗੁਰੂ ਨੂੰ ਤੁਸੀਂ ਇਸ ਕਿਸਮ ਦਾ ਆਥਰ ਬਣਾ ਕੇ ਜਿਹੜਾ ਆਪਣੀ ਆਟੋਬਾਇਓਗ੍ਰਾਫੀ ਨੂੰ, ਆਪਣੀ ਜੀਵਨ ਕਥਾ ਨੂੰ ਇਹ ਕਹੇ ਵੀ ਉਹ ਨਾਟਕ ਸੀ, ਤਾਂ ਇਹ ਇੱਕ ਸਾਰੀ ਦੁਨੀਆ ਦੀਆਂ ਆਟੋਬਾਇਓਗ੍ਰਾਫੀਜ਼ ਦੇ ਵਿੱਚੋਂ ਵਿਲੱਖਣ ਗੱਲ ਹੈ, ਸਮਝੇ ਕਿ ਨਹੀਂ? ਮਤਲਬ ਇਹ ਹਿਸਟੋਰੀਓਗ੍ਰਾਫੀ ਦਾ ਪਾਰਟ ਹੁੰਦਾ ਕਿ ਤੁਸੀਂ ਉਸ ਦੀ ਛਾਨਬੀਨ ਪਹਿਲਾਂ ਕਰੋ, ਫਿਰ ਅੰਦਰ ਵੜੋ ਜੀ, ਪਹਿਲਾਂ ਬਾਹਰਲਾ ਤਾਂ ਉਹਦਾ ਦੇਖ ਲਓ, ਬਾਹਰੋਂ ਦੇਖੋ। ਤਾਂ ਜਿਹੜਾ ਹੁਣ ਮਤਲਬ ਇੰਦਰਾ ਗਾਂਧੀ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ, ਉਹ ਬੋਲੀ ਗਈ, ਕੋਈ ਲਿਖਣਾ ਤਾਂ ਉਹਨੂੰ ਆਉਂਦਾ ਨਹੀਂ ਸੀ, ਉਹ ਲਿਖਾਇਆ ਉਸਨੇ। ਤਾਂ ਉਸਨੇ ਉਹਦਾ ਟਾਈਟਲ ਸਰਦਾਰ ਜਸਪਾਲ ਸਿੰਘ ਜੀ ਕੀ ਦਿੱਤਾ ਪਤਾ? ਮਾਈ ਟਰੁਥ। ਹਾਲਾਂਕਿ ਉਹਦੇ 'ਚ 90% ਤੋਂ ਵੀ ਵੱਧ ਮਤਲਬ ਝੂਠ ਆ, ਸਮਝੇ ਕਿ ਨਹੀਂ? ਉਹਨੇ ਕਿਹਾ ਮਾਈ ਟਰੁਥ। ਤਾਂ ਮੈਂ ਤਾਂ ਤੁਹਾਨੂੰ ਮਿਸਾਲ ਦੇ ਰਿਹਾ, ਹਾਂਜੀ, ਉਹ ਹਾਲ ਫਿਲਹਾਲ ਦੀ ਮਿਸਾਲ ਆ। ਕਿਸੇ ਗੁਰੂ ਨੇ ਆਪਣੇ ਬਾਰੇ ਕੁਝ ਨਹੀਂ ਲਿਖਿਆ, ਕਿਸੇ ਗੁਰੂ ਨੇ ਆਪਣੇ ਬਾਰੇ ਕੁਝ ਨਹੀਂ ਲਿਖਿਆ। ਜਿਹੜੀਆਂ ਜਨਮ ਸਾਖੀਆਂ ਗੁਰੂ ਨਾਨਕ ਮਹਾਰਾਜ ਦੀਆਂ ਲਿਖੀਆਂ ਗਈਆਂ, ਉਹ ਸਭ ਤੋਂ ਉਹ ਕਿਸ ਪੀਰੀਅਡ 'ਚ ਅਪੀਅਰ ਹੁੰਦੀਆਂ? ਜਿਸ ਵਕਤ ਦੇ ਵਿੱਚ ਹੰਦਾਲੀ ਆ ਜਿਹੜੇ, ਉਹ ਕੁਐਸਚਨ ਕਰਦੇ ਆ ਗੁਰੂ। ਗੁਰੂਸ਼ਿਪ ਇੱਕ ਐਸਾ ਇੰਸਟੀਟਿਊਸ਼ਨ ਬਣ ਗਿਆ ਜਿਹਦੇ ਤੇ ਲੜਾਈਆਂ ਝਗੜੇ ਹੋ ਰਹੇ। ਤਾਂ ਉਹ ਜਿਹੜੇ ਆ ਉਹ ਇੰਨੀ ਦੇਰ ਬਾਅਦ ਲਿਖੇ ਗਏ। ਸਿਰਫ ਤੇ ਸਿਰਫ ਭਾਈ ਗੁਰਦਾਸ ਦੀਆਂ ਵਾਰਾਂ ਜਿਹੜੀਆਂ ਉਹ ਆਥੈਂਟਿਕ ਜਾਂ ਕੰਟੈਂਪਰੇਰੀ ਮੰਨੀਆਂ ਜਾਂਦੀਆਂ, ਉਸ ਤੋਂ ਇਲਾਵਾ ਗੁਰੂ ਨੇ ਆਪਣੀ ਜੀਵਨ ਕਥਾ ਕਦੇ ਨਹੀਂ ਲਿਖੀ ਜੀ। ਸਮਝੇ ਮੇਰੀ ਗੱਲ? ਨਾ ਕਿਸੇ ਹੋਰ ਗੁਰੂ ਨੇ ਲਿਖੀ ਹੈ, ਦੱਸੋ ਕਿੱਥੇ ਲਿਖੀ ਹੈ? ਬਿਲਕੁਲ, ਗੁਰੂ ਤਾਂ ਵਿਚਾਰਧਾਰਾ ਤੇ ਹੈ। ਗੁਰੂ ਆਪਣੀ ਜੀਵਨ ਜਿਹੜਾ ਹੈਗਾ ਉਸ ਵਿਚਾਰਧਾਰਾ ਤੇ ਢਾਲ ਕੇ ਜੋ ਗੁਰੂ ਸਾਹਿਬ ਨੇ ਬਾਣੀ ਦਰਜ ਕਰਤੀ, ਉਚਾਰਨ ਕੀ, ਉਹੀ ਜੀਵਨ, ਦੈਟਸ ਇਟ, ਉਹੀ ਉਹਨਾਂ ਦੇ, ਦੈਟਸ ਇਟ ਜੀ, ਉਹੀ ਬਾਇਓਗ੍ਰਾਫੀ। ਵੀ ਆਰ ਨਾਟ ਕੰਸਰਨਡ ਵਿਦ ਦ ਲਾਈਫ ਸਟਾਈਲ ਆਫ ਦੀ ਗੁਰੂ, we are only concerned with what he said and what he incorporated ਜੀ। ਸੱਚ ਤੇ ਸੱਚ ਦੇ ਉੱਤੇ ਆਚਾਰ ਤੇ ਕਿਸ ਤਰੀਕੇ ਨਾਲ ਮਹਾਰਾਜ ਨੇ ਪਹਿਰਾ ਦਿੱਤਾ, ਕਿੰਨੀਆਂ ਉਹਨਾਂ ਨੇ ਮੁਸੀਬਤਾਂ, ਕਿੰਨੇ ਦੁੱਖ, ਕਿੰਨੀਆਂ ਤਕਲੀਫਾਂ ਸਹੀਆਂ, ਕਿਸ ਲਈ? ਇੱਕ ਨਵਾਂ ਨਰੋਆ ਵੱਖਰਾ ਪੰਥ ਕ੍ਰੀਏਟ ਕਰਨ ਲਈ। ਹਾਲਾਂਕਿ ਜਦੋਂ ਇਤਿਹਾਸ ਲਿਖਦੇ ਆ ਤਾਂ ਬਾਣੀ ਕੁਛ ਹੋਰ ਕਹਿੰਦੇ ਆ ਤੇ ਜਿਹੜੀਆਂ ਬੁੱਕਸ, ਮੈਂ ਉਹੀ, ਇਹੀ ਸਾਡਾ ਝਗੜਾ ਹੋਇਆ ਸੀ ਮੈਕਲੋਡ ਨਾਲ, ਇਹੀ ਝਗੜਾ ਹੋਇਆ ਜੀ। ਮੈਕਲੋਡ ਨੇ ਬਹੁਤ ਕੁਝ ਲਿਖਿਆ, ਅਸੀਂ ਉਹਨੂੰ ਕੁਐਸਚਨ ਕੀਤਾ ਵੀ ਤੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਦੇ ਖੋਲ ਕੇ ਦੇਖਿਆ ਜੀ? ਨਹੀਂ। ਤਾਂ ਕਸਵੱਟੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ, ਬਿਲਕੁਲ ਸਿੱਖ ਇਤਿਹਾਸ ਦੀ ਕਸਵੱਟੀ ਆ, ਸਿੱਖਾਂ ਦੀ ਵਿਚਾਰਧਾਰਾ ਦੀ ਕਸਵੱਟੀ ਆ, ਸਿੱਖਾਂ ਦੇ ਜੀਵਨ ਦੀ ਕਸਵੱਟੀ ਆ, ਸਾਰਾ ਕੁਝ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਅੱਜ ਦੇ ਸਿੱਖ ਜਿਉਂਦਾ ਇਸ ਕਰਕੇ ਜਿਉਂਦਾ ਕਿ ਉਸ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਥਾਪੜਾ, ਗੁਰੂ ਗ੍ਰੰਥ ਸਾਹਿਬ ਜਿਉਂਦਾ ਜਾਗਦਾ ਸਾਖਸ਼ਾਤ ਸਾਡਾ ਗੁਰੂ ਆ ਜੀ। ਅਸੀਂ ਸਿੱਖਾਂ ਨੇ ਗੁਰੂ ਕੋਲ ਨਹੀਂ ਮੂੰਹ ਮੋੜ ਲਿਆ, ਪਰ ਗੁਰੂ ਨੇ ਸਿੱਖ ਕੋਲ ਮੂੰਹ ਨਹੀਂ ਮੋੜਿਆ। ਇਹ ਮੈਂ ਆਰਟੀਕਲ ਲਿਖਿਆ ਵੇ। ਤਾਂ ਇਸ ਕਰਕੇ KTS ਤੁਲਸੀ ਦੀ ਹੁਣ ਕੀ ਗੱਲ ਕਰੀਏ, ਮਤਲਬ ਆਪਣੇ ਆਪ ਨੂੰ ਸ਼ਰਮ ਆਉਂਦੀ ਆ ਕਿ ਇਤਨੇ
ਮਤਲਬ ਹੁਣ ਮੈਂ ਕੀ ਕਹਾਂ, ਨਲਾਇਕ ਕਹਾਂ, ਕੀ ਕਹਾਂ, ਅਨਭੋਲ ਕਹਾਂ, ਮਤਲਬ ਕਿੰਨੇ ਬੇਮੁਖ ਕਹਾਂ, ਕੀ ਕਹਾਂ ਉਹਨਾਂ ਨੂੰ। ਅਨਭੋਲ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਵੱਡੇ ਦਰਬਾਰਾਂ ਤੱਕ ਪਹੁੰਚ ਅਗਲਿਆਂ ਦੀ। ਉਹ ਦਰਬਾਰ ਕਿਹੜੇ ਆ? ਦਰਬਾਰ ਤਾਂ ਮੇਰੀ ਗੱਲ ਸੁਣੋ, ਦਰਬਾਰ ਤਾਂ ਗੁਰੂ ਦਾ ਕਿਵੇਂ ਹੈ? ਸਿੱਖ ਦੇਖੋ ਬੜੀ ਕਮਾਲ ਦੀ ਗੱਲ, ਉਹ ਕਹਿੰਦੇ ਵੀ ਇੱਕ ਪਾਤਸ਼ਾਹੀ ਚੱਲਦੀ ਆ ਮੁਗਲਾਂ ਦੀ, ਤਾਂ ਗੁਰੂ ਨੂੰ ਕੀ ਕਹਿ ਰਹੇ ਹੋ? ਸੱਚਾ ਪਾਤਸ਼ਾਹ, ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ। ਸਾਡਾ ਤਾਂ ਉਹ ਆ ਪਾਤਸ਼ਾਹ, ਸਾਡਾ ਤਾਂ ਉਹੀ ਦਰਬਾਰ ਆ, ਗੁਰੂ ਦਾ ਦਰਬਾਰ ਹੀ ਸਿੱਖਾਂ ਦਾ ਦਰਬਾਰ ਆ ਸਾਡਾ, ਉਹ ਕੋਈ ਦਰਬਾਰ ਨਹੀਂ। ਅਸੀਂ ਉਸ ਨੂੰ ਮੰਨਦੇ ਹੀ ਨਹੀਂ। ਤੁਲਸੀ ਸਾਹਿਬ ਜੋ ਮਰਜ਼ੀ ਕਹਿਣ, ਤੁਲਸੀ ਸਾਹਿਬ ਸਿੱਖਾਂ ਦੇ ਕੋਈ ਇਹੋ ਜਿਹੇ ਪ੍ਰਚਾਰਕ ਤਾਂ ਹੈ ਨਹੀਂ, ਸਿੱਖਾਂ ਦੇ ਕੋਈ ਉਹ ਇੰਟਰਪ੍ਰੈਟਰ ਨਹੀਂ, ਸਿੱਖੀ ਨੂੰ ਉਹ ਸਮਝਦੇ ਨਹੀਂ। ਗੁਰੂ ਗ੍ਰੰਥ ਸਾਹਿਬ ਉਹਨਾਂ ਨੇ ਕਦੇ ਖੋਲ੍ਹ ਕੇ ਦੇਖਿਆ ਨਹੀਂ, ਹਾਂ ਕੇਸ ਜ਼ਰੂਰ ਉਹਨਾਂ ਨੇ ਰੱਖੇ ਨੇ। ਇਹੀ ਇੱਕ ਮੇਨ ਗੱਲ ਮੰਨੀ ਸਿੱਖ ਨੇ ਕਿਹਾ ਗੱਲ, ਜਿਵੇਂ ਕਿ ਪਰ ਮੈਂ ਤੁਹਾਨੂੰ ਇੱਥੇ ਹੋਰ ਵੀ ਦੱਸ ਦਿਆਂ ਜੀ, ਮੈਂ KTS ਗਿੱਲ ਸਾਹਿਬ ਨੂੰ ਨਾ KTS ਤੁਲਸੀ ਸਾਹਿਬ ਨੂੰ ਨਿਮਰਤਾ ਸਹਿਤ ਤੇ ਦੱਸਣਾ ਚਾਹੁੰਦਾ ਕਿ ਜਿੰਨਾ ਨੁਕਸਾਨ ਸਿੱਖੀ ਦਾ ਸਿੱਖੀ ਸਰੂਪ ਵਾਲਿਆਂ ਨੇ ਕੀਤਾ, ਉਹਨਾਂ ਖੈਰ ਦੂਜਿਆਂ ਨੇ ਵੀ ਨਹੀਂ ਕੀਤਾ ਹੋਣਾ। ਤਾਂ ਮਸੰਦ ਕੌਣ ਸੀ ਜੀ? ਜਿਹੜੇ ਮਸੰਦ ਸੀ ਉਹ ਘਰ ਸੀ, ਗੁਰੂ ਦੇ ਆਪਣੇ ਰਿਸ਼ਤੇਦਾਰ ਸੀ, ਉਹਨਾਂ ਚੋਂ ਬਹੁਤੇ ਗੁਰੂ ਨੂੰ ਜਾਣਨ ਵਾਲੇ ਸੀ, ਗੁਰੂ ਦੇ ਨਾਲ ਰਹਿਣ ਵਾਲੇ ਸੀ, ਉਹ ਸਿੱਖੀ ਦੇ ਪਹਿਰਾਵੇ ਵਿੱਚ ਸੀ। ਤਾਂ ਮਹਾਰਾਜ ਨੇ ਕੀ, 10ਵੇਂ ਪਾਤਸ਼ਾਹ ਨੇ ਕੀ ਕੀਤਾ ਵੀ ਸਿੱਖੀ ਦੇ 3 ਦੁਸ਼ਮਣ ਉਹਨਾਂ ਨੇ ਕਿਹਾ। ਨੰਬਰ 1 ਸਭ ਤੋਂ ਵੱਡੇ ਦੁਸ਼ਮਣ ਕੌਣ ਹੁੰਦਾ? ਜਿਹੜਾ ਘਰ ਦੇ ਵਿੱਚ ਦੁਸ਼ਮਣ ਹੋਵੇ, ਤੁਹਾਡੇ ਅੰਦਰ ਕੈਂਸਰ ਆ ਜਿਹੜਾ, ਉਹ ਸਭ ਤੋਂ ਵੱਡਾ ਬਿਮਾਰੀ ਆ, ਉਹਦਾ ਪਤਾ ਨਹੀਂ ਲੱਗਦਾ ਨਾ, ਬੰਦਾ ਅੰਦਰ ਹੀ ਹੁੰਦਾ। ਇੱਕ ਮਸੰਦ, ਦੂਜੇ ਪਹਾੜੀ ਹਿੰਦੂ ਹਿਲ ਰਾਜੇ, ਤੀਸਰੀ ਮੁਗਲ ਸਲਤਨਤ। ਤੋਂ ਸਭ ਤੋਂ ਵੱਡੀ ਲੜਾਈ ਗੁਰੂ ਨੇ ਜਿਹੜੀ ਵਿੱਢੀ ਸ਼ੁਰੂ ਵਿੱਚ ਵੀ ਜੇ ਸਿੱਖੀ ਨੂੰ ਬਚਾਉਣਾ, ਜੇ ਸਿੱਖੀ ਨੂੰ ਸੰਭਾਲਣਾ, ਮਸੰਦਾਂ ਨੂੰ ਖਤਮ ਕਰਨਾ ਪਏਗਾ, ਉਹ ਮਹਾਰਾਜ ਨੇ ਕੀਤੀ। ਤੋਂ ਜਿਹੜਾ ਵਿਦਰੋਹ ਹੋਇਆ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਲੈ ਲਓ, ਸਾਰੇ ਦੇ ਸਾਰੇ ਸਿੱਖੀ ਪਰਿਵਾਰਾਂ ਵਿੱਚ, ਗੁਰੂ ਦੇ ਆਪਣੇ ਪਰਿਵਾਰਾਂ ਵਿੱਚੋਂ ਸੀ। ਬਿਲਕੁਲ ਸਹੀ ਗੱਲ ਹੈ। ਤੋਂ ਸਿੱਖੀ ਜਿਹੜੀ ਆ ਬਹੁਤ ਬੜਾ ਵੱਡਾ ਮਾਰਗ ਆ, ਉਸ ਤੇ ਚੱਲਣ ਦੇ ਲਈ ਤੁਹਾਨੂੰ ਬਹੁਤ ਚੀਜ਼ਾਂ ਸਫ਼ਰ ਕਰਨੀਆਂ ਪੈਂਦੀਆਂ, ਬਹੁਤ ਚੀਜ਼ਾਂ ਤੁਹਾਨੂੰ ਦੇਣੀਆਂ ਪੈਂਦੀਆਂ। ਤੇ ਇਸ ਤਰ੍ਹਾਂ ਤਾਂ ਹੈ ਨਹੀਂ ਵੀ ਇੱਕ ਪਾਸੇ ਤਾਂ ਰਮਾਇਣ ਨੂੰ ਹੱਥ ਪਾ ਲਈਏ, ਇੱਕ ਪਾਸੇ ਸਿੱਖੀ ਨੂੰ ਹੱਥ ਪਾ ਲਈਏ, ਦੋਨਾਂ ਵਿੱਚੋਂ ਰਹੇਗੀ ਤਾਂ ਇੱਕੋ ਹੀ ਚੀਜ਼। KTS ਤੁਲਸੀ ਸਾਹਿਬ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਸਿੱਖੀ ਦੇ ਮਾਰਗ ਤੇ ਚੱਲਣਾ, ਇਹ ਮਾਰਗ ਬੜਾ ਔਖਾ, ਇਹ ਖੰਡਿਓਂ ਤਿੱਖੀ ਆ, ਤੋ ਇਸ ਤੇ ਚੱਲ ਕੇ ਕੁਝ ਦੇਣਾ ਹੀ ਪਊ, ਲੈਣਾ ਨਹੀਂ। ਲੈਣਾ ਤਾਂ ਜੇ ਲੈਣਾ ਤਾਂ ਮੋਦੀ ਸਾਹਿਬ, ਠੀਕ ਤੁਸੀਂ ਗੱਲ ਠੀਕ ਉਹਨਾਂ ਨੇ ਕੀਤੀ, ਮੋਦੀ ਸਾਹਿਬ ਦੀ ਝੋਲੀ 'ਚ ਜਾ ਗਿਰੋ, ਸ਼ਾਇਦ ਤੁਹਾਨੂੰ ਕੋਈ ਖੈਰਾਤ ਪਾ ਦੇ। ਤੋ ਆਹੀ ਮੇਰਾ ਕਹਿਣਾ। ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਤੇ ਸਾਰੀ ਗੱਲਬਾਤ ਸੰਗਤ ਨੇ, ਦਰਸ਼ਕਾਂ ਨੇ ਸੁਣ ਲਈ। ਤੇ ਸਾਡੇ ਲੋਕਾਂ ਨੂੰ ਵੀ ਆਪਣੇ ਅੰਦਰ ਵੀ ਝਾਤ ਮਾਰਨੀ ਚਾਹੀਦੀ ਹੈ ਕਿ ਜਿਹੜੇ ਜਿਹੜੇ ਬੰਦੇ ਇਸ ਅਖੌਤੀ ਧਰਮ ਗ੍ਰੰਥ ਦਾ ਪ੍ਰਚਾਰ ਕਰਨ ਲੱਗੇ ਹੋਏ ਨੇ, ਔਰ ਜਾਣ ਬੁੱਝ ਕੇ, ਕੁਝ ਤਾਂ ਅਣਜਾਣੇ ਵਿੱਚ ਵੀ ਹੋਣਗੇ, ਤੇ ਬਹੁਤ ਸਾਰੇ ਲੋਕ ਜਿਹੜੇ ਨੇ ਜਾਣ ਬੁੱਝ ਕੇ ਵੀ ਇਹ ਸ਼ਰਾਰਤਾਂ ਕਰ ਰਹੇ ਨੇ, ਤਾਂ ਕਿ ਜਿਵੇਂ ਢਿੱਲੋਂ ਸਾਹਿਬ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਰੀਕ ਪੈਦਾ ਕਰਕੇ ਬਰਾਬਰ ਤੇ ਬਿਠਾਇਆ ਜਾਵੇ, ਔਰ ਕਿਸੇ ਚੀਜ਼ ਦੀ ਆਥੈਂਟਿਸਿਟੀ ਨਾ ਰਹਿ ਜਾਏ। ਗੁਰੂ ਗ੍ਰੰਥ ਸਾਹਿਬ ਦੇ ਉੱਪਰ ਵੀ ਸਵਾਲ ਚੱਕੇ ਜਾਣ। ਹੈਰਾਨੀ ਤਾਂ ਇਹ ਗੱਲ ਦੀ ਹੁੰਦੀ ਆ ਕਿ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਹੀ ਹਮਲੇ ਹੋ ਰਹੇ ਨੇ, ਕਦੇ ਅੱਗਾਂ ਲੱਗ ਰਹੀਆਂ ਨੇ, ਕਦੇ ਕੋਈ ਪਾਗਲ ਬੰਦਾ ਆ ਕੇ ਹਮਲਾ ਕਰ ਜਾਂਦਾ, ਪਰ ਅੱਜ ਤੱਕ ਕਦੇ ਵੀ ਬਚਿੱਤਰ ਨਾਟਕ ਦੇ ਗ੍ਰੰਥ ਦੇ ਉੱਪਰ ਕੋਈ ਹਮਲਾ ਨਹੀਂ ਹੋਇਆ। ਔਰ ਉਸ ਨੂੰ ਲੈ ਕੇ ਸਗੋਂ BJP ਤੇ RSS ਤੇ ਹੋਰ ਵੱਡੀਆਂ ਸੰਸਥਾਵਾਂ ਵੀ ਜਿਹੜੀਆਂ ਨੇ ਤਰਲੋ ਮੱਛੀ ਹੋਈਆਂ ਫਿਰਦੀਆਂ ਨੇ ਕਿ ਇਹਨੂੰ ਫਟਾਫਟ ਜਿਹੜਾ ਕੋਈ ਪੂਰਨ ਤੌਰ ਤੇ ਮਾਨਤਾ ਮਿਲ ਜੇ, ਸਾਰੇ ਸਿੱਖ ਇੱਕ ਮੱਤ ਹੋ ਕੇ ਤੇ ਇਹਨੂੰ ਅਡਾਪਟ ਕਰ ਲੈਣਾ ਐਜ਼ ਏ ਸ੍ਰੀ ਗੁਰੂ ਦਸਮ ਗ੍ਰੰਥ ਦੇ ਤੌਰ ਦੇ ਉੱਪਰ। ਉਹ ਉਹਨਾਂ ਦੀ ਮਨਸ਼ਾ ਚੱਲ ਰਹੀ ਹੈ। ਸੋ ਇਹ ਮਨਸ਼ਾ ਸੁਪਨੇ ਵਿੱਚ ਤਾਂ ਲਈ ਜਾ ਸਕਦੀ ਹੈ, ਪਰ ਹਕੀਕੀ ਰੂਪ ਦੇ ਵਿੱਚ ਕਦੇ ਵੀ ਪੂਰੀ ਹੋਣ ਵਾਲੀ ਨਹੀਂ ਜਾਪਦੀ। ਸੁਪਨੇ ਜਿੰਨੇ ਮਰਜ਼ੀ ਲੈ ਲਓ ਤੁਸੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਬੈਠੇ ਨੇ, ਔਰ ਉਹਨਾਂ ਦੀ ਜਦੋਂ ਤੱਕ ਹੋਂਦ ਸਥਾਪਿਤ ਹੈਗੀ ਆ, ਉਦੋਂ ਤੱਕ ਇਹ ਜਿਹੜਾ ਇਹਨਾਂ ਦਾ ਸੁਪਨਾ ਕਦੇ ਪੂਰਾ ਨਹੀਂ ਹੋਣਾ। ਸੋ ਜ਼ੋਰ ਅਜ਼ਮਾਇਸ਼ ਚੱਲ ਰਹੀ ਹੈ ਦੋਵਾਂ ਧਿਰਾਂ ਵੱਲੋਂ। ਜਿਹੜੀਆਂ ਸੁਹਿਰਦ ਸਿੱਖ ਧਿਰਾਂ ਨੇ ਉਹ ਵੀ ਲੱਗੀਆਂ ਹੋਈਆਂ ਨੇ, ਤਾਂ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਵੀ ਆਪਣਾ ਪੂਰਾ ਜ਼ੋਰ ਲਾ ਰਹੀਆਂ ਨੇ। ਤੇ ਬਾਕੀ ਅਕਾਲ ਪੁਰਖ ਦੇ ਹੱਥ ਦੇ ਵਿੱਚ ਹੈ। ਸਾਨੂੰ ਦਿਓ ਇਜਾਜ਼ਤ। ਧੰਨਵਾਦ।